देखो ये वो चंगा नहीं होया, मंदभागा है। पर एक गल बीजेपी वालिਆਂ ਨੂੰ भी समझनी चाहिए, और लोगों को प्रवोक ना करन। ਤੁਹਾਡੇ ਤੇ ਪਰਚੇ ਵੀ ਨੇ, ਬਹੁਤ ਸਾਰੀ ਲੀਡਰਸ਼ਿਪ ਦੇ ਉੱਤੇ ਪਰਚੇ ਨੇ, ਜੇ ਦਿੱਲੀ ਵੀ ਜਾਓਗੇ ਤਾਂ ਗ੍ਰਿਫਤਾਰ ਵੀ ਹੋ ਸਕਦੇ ਹੋ। ਤਾਂ ਕੀ ਹੈ ਇੱਥੇ ਕੋਈ ਹਾਰ ਪਾਉਣਾ ਸਰਕਾਰ ਨੇ ਸਾਡੇ? ਉਹਨਾਂ ਦੇ ਪਰਚੇ ਤਾਂ ਸਾਡੇ ਤੇ ਅੱਜ ਦੇ ਥੋੜੋ, ਜਿੱਦਣ ਇੱਥੇ ਆ ਕੇ ਬੈਠੇ ਉਦੋਂ ਦੇ ਆ। ਇਹਨਾਂ ਨੇ 124 ਦੇਸ਼ ਧਰੋਹੀ ਦੇ ਪਰਚੇ ਦਰਜ ਕੀਤੇ ਨੇ। ਇਹ ਤਾਂ ਚੱਲਦਾ ਹੀ ਰਹਿੰਦਾ, ਪਰਚੇ ਪੁਰਚਿਆਂ ਤੋਂ ਨਹੀਂ ਡਰਦੇ ਅਸੀਂ। ਇਹਨਾਂ ਨੂੰ ਖੰਗਣ ਦਾ ਲੋਕ ਦਿੰਦੇ ਨਹੀਂ, ਕੋਈ ਕਿਤੇ ਕੁਝ ਜਾਣ ਨਹੀਂ ਦਿੰਦਾ, ਤਾਂ ਲੋਕ ਆਪੇ ਕਰੀ ਜਾਂਦੇ ਨੇ। ਸ਼ਕਤੀ ਪ੍ਰਦਰਸ਼ਨ ਕਰ ਲੈਣ, ਵੀ ਪੀਸਫੁਲ ਰੱਖਿਓ। ਇਹ ਮਾਹੌਲ ਖਰਾਬ ਕਰਨਗੇ ਬੀਜੇਪੀ ਵਾਲੇ। ਮੰਗੇਰੀ ਲਾਲ ਦੇ ਸੁਪਨੇ ਲੈ ਲੈਣ ਦੇ, ਵਿਚਾਰਿਆਂ ਨੂੰ ਕੀ ਫਰਕ ਪੈਂਦਾ ਹੈ। ਇੱਕ ਦਿਨ ਲਈ ਅਸੀਂ ਸਰਕਾਰ ਨੂੰ ਫਿਰ ਚੇਤਾਵਨੀ ਦੇ ਤੌਰ ਤੇ ਬੰਦ ਕਰਨਾ KMP ਨੂੰ। ਸ਼ਾਂਤਮਈ ਰਹਿ ਕੇ ਅੰਦੋਲਨ ਕਰਨ ਵਾਸਤੇ ਆਇਓ। ਇੱਥੇ ਇਹ ਧਾਰਨਾ ਨਾ ਲੈ ਕੇ ਆਇਓ ਵੀ ਇੱਥੇ ਕਿਸੇ ਨੂੰ ਢਾਉਣਾ, ਕਿਸੇ ਨੂੰ ਕੁੱਟਣਾ ਜਾਂ ਮਾਰਨਾ, ਇੱਦਾਂ ਦਾ ਨਹੀਂ। ਹਾਲੇ ਤਾਂ ਸਿਰਫ ਇਹ ਤੈਅ ਹੋਇਆ ਵੀ ਮਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਕੋਈ ਡੇਟ ਰੱਖ ਕੇ ਪਾਰਲੀਮੈਂਟ ਵੱਲ ਮਾਰਚ ਕੀਤਾ ਜਾਏ। ਅਸੀਂ ਇਹ ਸਾਬਤ ਕਰ ਚੁੱਕੇ ਹਾਂ ਵੀ ਕਾਨੂੰਨ ਨਾ ਦੇਸ਼ ਦੇ, ਨਾ ਕਿਸਾਨਾਂ ਦੇ, ਨਾ ਆਮ ਲੋਕਾਂ ਦੇ ਹਿੱਤ 'ਚ ਨਹੀਂ। ਜੇ ਸ਼ਾਂਤਮਈ ਰਹੋਗੇ ਅੰਦੋਲਨ ਜਿੱਤੋਗੇ, ਜੇ ਹਿੰਸਕ ਹੋਏ ਤਾਂ ਮੋਦੀ ਜਿੱਤੇਗਾ। ਤਾਂ ਜਿੱਥੇ ਦਿੱਲੀ ਦੇ ਵਿੱਚ ਕਿਸਾਨ ਡਟੇ ਬੈਠੇ ਨੇ, ਉਧਰ ਦੇਸ਼ ਭਰ ਦੇ ਕਿਸਾਨਾਂ ਨੂੰ ਲੀਡਰਸ਼ਿਪ ਵੱਲ ਝਾਕ ਹੈ ਕਿ ਲੀਡਰਸ਼ਿਪ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਗਰਾਮ ਦਿੰਦੀ ਹੈ, ਉਸ ਪ੍ਰੋਗਰਾਮ ਨੂੰ ਕਿਸ ਤਰੀਕੇ ਦੇ ਨਾਲ ਉਲੀਕਦੇ ਨੇ। ਇਹ ਅੱਜ ਦੀ ਡੇਟ ਦੇ ਵਿੱਚ ਵੱਡਾ ਸਵਾਲ ਹੈ। ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪ੍ਰੋਗਰਾਮ ਐਲਾਨੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ। ਇਸ ਬਾਰੇ ਵੀ ਗੱਲਬਾਤ ਕਰਾਂਗੇ, ਸੰਘਰਸ਼ ਬਾਰੇ ਵੀ ਗੱਲਬਾਤ ਕਰਾਂਗੇ ਕਿ ਆਖਰ ਧਰਨੇ ਦੀ ਦਸ਼ਾ ਤੇ ਦਿਸ਼ਾ ਕੀ ਹੈ। ਗੱਲਬਾਤ ਕਰਦੇ ਹਾਂ ਸਾਡੇ ਨਾਲ ਕਿਸਾਨ ਆਗੂ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਾਜੇਵਾਲ ਸਾਹਿਬ, ਬਹੁਤ ਬਹੁਤ ਸਵਾਗਤ ਪ੍ਰਾਈਮ ਮਿਨਿਸਟਰ ਟੀਵੀ ਦੇ। ਮਿਹਰਬਾਨੀ। ਰਾਜੇਵਾਲ ਸਾਹਿਬ, ਕੱਲ ਦਵਾਈ ਲੈ ਕੇ ਆਏ ਹੋ ਫੋਰਟਿਸ ਹਸਪਤਾਲ ਦੇ ਵਿੱਚ, ਤੇ ਕਿੱਦਾਂ ਹੁਣ ਸਿਹਤ? ਨਹੀਂ, ਬਿਲਕੁਲ ਠੀਕ ਹੈ, ਸਿਹਤ ਠੀਕ ਹੈ। ਕੱਲ ਦੁਬਾਰਾ ਚੈੱਕਅਪ ਕੀਤਾ ਤੇ ਮੈਨੂੰ ਥੋੜੀ ਪ੍ਰੋਬਲਮ ਹੋਈ ਸੀ 25 ਤਾਰੀਖ ਨੂੰ, ਤੇ ਫਿਰ 26 ਨੂੰ ਬੰਦ ਸੀ। ਇੱਥੇ ECG ਵਗੈਰਾ ਹੋਈ, 27 ਨੂੰ ਉੱਥੇ ਜਾ ਕੇ ਸਾਰੇ ਟੈਸਟ ਕਰਾਏ, ਫਿਰ ਦਵਾਈ ਡਾਕਟਰਾਂ ਨੇ ਬਦਲੀ ਤੇ ਕੱਲ ਫਿਰ ਚੈੱਕ ਕਰਵਾਏ। ਬਿਲਕੁਲ ਠੀਕ ਹੈ, ਕੋਈ ਪ੍ਰੋਬਲਮ ਨਹੀਂ। ਤੁਹਾਡੀ ਦਸ਼ਾ ਠੀਕ ਹੈ, ਤੇ ਸੰਘਰਸ਼ ਦੀ ਦਸ਼ਾ ਦੱਸੋ ਫਿਰ ਹੁਣ ਕੀ ਹੈ? ਸੰਘਰਸ਼ ਦੀ ਦਸ਼ਾ ਕਿਵੇਂ ਦੇਖ ਰਹੇ ਹੋ? ਸੰਘਰਸ਼ ਦੀ ਜਿਹੜੀ ਰੂਪਰੇਖਾ ਹੈ, ਸੰਘਰਸ਼ ਕਿੱਥੇ ਕੁ ਖੜਾ ਹੈ ਇਸ ਵੇਲੇ? ਦੇਖੋ, ਸੰਘਰਸ਼ ਦੀ ਦਸ਼ਾ ਵੀ ਬਿਲਕੁਲ ਠੀਕ ਹੈ। ਅਸੀਂ ਜਿਹੜਾ ਪਿੰਡਾਂ 'ਚ ਲੋਕਾਂ ਨੇ ਫੈਸਲਾ ਕੀਤਾ, ਉਹਦੇ ਮੁਤਾਬਕ ਲਗਾਤਾਰ ਬੰਦੇ ਹਰ ਪਿੰਡ ਦੇ ਆਈ ਜਾ ਰਹੇ ਨੇ। ਉਹਦੀ ਰਿਪਲੇਸਮੈਂਟ ਜਦੋਂ ਪਹਿਲੇ ਨਵੇਂ ਬੰਦੇ ਆ ਜਾਂਦੇ ਨੇ ਫਿਰ ਉਦੋਂ ਹੁੰਦੀ ਹੈ। ਸੰਘਰਸ਼ ਸਾਰੇ ਦੇਸ਼ ਵਿੱਚ ਇਹਦੀ ਚਰਚਾ, ਬਲਕਿ ਸਰਕਾਰ ਦੇ ਉੱਤੇ ਇੰਟਰਨੈਸ਼ਨਲ ਪ੍ਰੈਸ਼ਰ ਵੀ ਹੈ, ਨੈਸ਼ਨਲ ਪ੍ਰੈਸ਼ਰ ਵੀ ਹੈ। ਔਰ ਤੁਸੀਂ ਦੇਖੋਗੇ ਵੀ ਇਸ ਅੰਦੋਲਨ ਦਾ ਅਸਰ ਇਹ ਹੈ ਵੀ ਲੱਗਦਾ ਇਹ ਹੈ, ਜੋ ਸਾਡੇ ਕੋਲ ਮੈਸੇਜ ਆ ਰਹੇ ਨੇ, ਭਾਜਪਾ 5 ਦੇ 5 ਰਾਜਾਂ 'ਚੋਂ ਸਾਫ਼ ਹੋ ਜੂ। ਇਸ ਅੰਦੋਲਨ ਦੀ ਵਜ੍ਹਾ ਕਰਕੇ ਉਹਨੂੰ ਕਿਤੇ ਕੋਈ ਸਰਕਾਰ ਬਣਾਉਣੀ ਦੂਰ, ਕੁਝ ਲੱਭਣਾ ਨਹੀਂ। 2 ਮਈ ਦਾ ਮੈਨੂੰ ਲੱਗਦਾ ਤੁਹਾਨੂੰ ਵੀ ਇੰਤਜ਼ਾਰ ਹੈ ਕਿ 2 ਮਈ ਕਦੋਂ ਆਏਗੀ? ਨਹੀਂ, ਅਸੀਂ ਤਾਂ ਆਪਣਾ ਕੰਮ ਜਿਹੜਾ ਅੰਦੋਲਨ ਦਾ ਉਹ ਜਾਰੀ ਰੱਖਿਆ ਹੋਇਆ। 2 ਮਈ ਦਾ ਇੰਤਜ਼ਾਰ ਹੋਏਗਾ ਉਹਨਾਂ ਨੂੰ। ਪਰ ਸਾਨੂੰ ਇਹ ਪਤਾ, ਜੋ ਕੁਝ ਅੱਜ ਵੀ ਫੀਡਬੈਕ ਜੋ ਆਇਆ ਉੱਥੇ ਸਾਡੀ ਮੀਟਿੰਗ 'ਚ, ਉਦੋਂ ਇਹ ਹੈਗਾ ਵੀ ਈਵਨ ਆਸਾਮ, ਇਹਨਾਂ ਦੀ ਸਰਕਾਰ ਸੀ, ਆਸਾਮ ਵੀ ਇਹ ਲੂਜ਼ ਕਰ ਰਹੇ ਨੇ। ਸਾਰੇ ਦੇਸ਼ ਵਿੱਚ 5 ਸਟੇਟਾਂ ਜਿੱਥੇ ਚੋਣਾਂ ਹੋ ਰਹੀਆਂ, 5 'ਚ ਲੂਜ਼ ਕਰ ਰਹੇ ਨੇ। ਕਿਸਾਨੀ ਦਾ ਅਸਰ ਮੰਨਦੇ ਹੋ, ਕਿਸਾਨ ਅੰਦੋਲਨ ਦਾ ਅਸਰ ਮੰਨਦੇ ਹੋ, ਜਾਂ ਤੁਹਾਡੇ ਉੱਥੇ ਜਾ ਕੇ ਕੀਤੀ ਹੋਏ ਭਾਸ਼ਣਾਂ ਦਾ ਅਸਰ ਹੈ, ਸੰਘਰਸ਼ ਦਾ ਅਸਰ ਹੈ? ਨਹੀਂ, ਸੰਘਰਸ਼ ਦਾ ਅਸਰ ਹੈ। ਔਰ ਇਹ ਤੋਂ ਬਿਨਾਂ ਜਿਸ ਤਰ੍ਹਾਂ ਮੋਦੀ ਸਰਕਾਰ ਲੋਕਾਂ ਦੇ ਹੱਕ ਖੋਹੀ ਜਾ ਰਹੀ ਹੈ, ਕਾਰਪੋਰੇਟਸ ਵਾਲੇ ਪਾਸੇ ਭੱਜੀ ਹੈ, ਇਹ ਘਰ ਸਾਰੇ ਦੇਸ਼ ਵਿੱਚ ਇਹ ਗੱਲ ਚਲੀ ਗਈ। ਸਾਰੇ ਮਹਿਸੂਸ ਕਰਦੇ ਨੇ ਵੀ ਮੋਦੀ ਸਰਕਾਰ ਨੂੰ ਸਮਰਥਨ ਦੇਣਾ ਅੱਜ ਦੀ ਡੇਟ ਵਿੱਚ ਇਹ ਲੋਕ ਵਿਰੋਧੀ ਹੈ। ਇਸ ਕਰਕੇ ਉਹਦਾ ਅਸਰ ਹੈ। ਰਾਜੇਵਾਲ ਸਾਹਿਬ, ਪਹਿਲਾਂ ਵੀ ਆਪਾਂ ਦੇਖਿਆ ਭਾਰਤ ਬੰਦ ਵੀ ਬਹੁਤ ਵਾਰੀ ਹੋਇਆ, KMP ਰੋਡ ਵੀ ਬਹੁਤ ਵਾਰੀ ਜਾਮ ਹੋਇਆ। ਇਸ ਵਾਰੀ ਕਹਿ ਰਹੇ ਹੋ 10 ਅਪ੍ਰੈਲ ਨੂੰ ਅਸੀਂ 24 ਘੰਟੇ ਦੇ ਲਈ KMP ਬੰਦ ਕਰਨਾ, ਇਹਦਾ ਕੀ ਕਾਰਨ ਹੈ? ਦੇਖੋ, ਇਹ ਇੱਕ ਦਿਨ ਲਈ ਅਸੀਂ ਸਰਕਾਰ ਨੂੰ ਫਿਰ ਚੇਤਾਵਨੀ ਦੇ ਤੌਰ ਤੇ ਬੰਦ ਕਰਨਾ KMP ਨੂੰ 24 ਘੰਟੇ ਵਾਸਤੇ। ਇਹ ਤੋਂ ਬਿਨਾਂ ਹੋਰ ਵੀ ਕਈ ਪ੍ਰੋਗਰਾਮ ਐਲਾਨ ਕੀਤੇ ਨੇ। ਮਈ ਦੇ ਪਹਿਲੇ ਹਫ਼ਤੇ, ਦੂਜੇ ਹਫ਼ਤੇ ਕੋਈ ਡੇਟ ਤੈਅ ਕਰਾਂਗੇ। ਫੈਸਲਾ ਇਹ ਹੋ ਗਿਆ ਵੀ ਫਿਰ ਅਸੀਂ ਪਾਰਲੀਮੈਂਟ ਵੱਲ ਮਾਰਚ ਕਰਾਂਗੇ। ਇਹ ਹੁਣ ਜਿਉਂ-ਜਿਉਂ ਹੁਣ ਸਰਕਾਰ ਅਵੇਸਲਾਪਣ ਸ਼ੋਅ ਕਰਦੀ ਹੈ, ਅੰਦਰੋਂ ਭਾਵੇਂ ਡਰੀ ਹੋਈ ਹੈ, ਦੂਸਰੇ ਪਾਸੇ ਅਸੀਂ ਆਪਣਾ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਰੌਂ 'ਚ ਆ।
ਕੇਐਮਪੀ ਬੰਦ ਕਰਕੇ ਕੀ ਸਰਕਾਰ ਦੇ ਉੱਤੇ ਕੋਈ ਅਸਰ ਪੈਂਦਾ ਜਾਂ ਆਮ ਲੋਕ ਹੀ ਪ੍ਰਭਾਵਿਤ ਹੁੰਦੇ ਨੇ ਬਸ? ਨਹੀਂ, ਕੇਐਮਪੀ ਬੰਦ ਕਰਨ ਨਾਲ ਦਿੱਲੀ ਦੀ ਇਹ ਸ਼ਾਹਰਾਹ ਹੈ ਉਹ ਕੁੱਟੀ ਜਾਂਦੀ ਹੈ। ਅਸੀਂ ਇੱਕ ਦਿਨ ਉਹ ਜਾਮ ਕਰਕੇ ਸਾਰਾ ਦਿੱਲੀ ਦੀ ਟੋਟਲ ਸਪਲਾਈਜ਼ ਨੇ ਉਹ ਰੁਕ ਜਾਣਗੀਆਂ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ। ਸਾਹਿਬ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ, ਜਿੱਦਾਂ ਸੰਸਦ ਵੱਲ ਨੂੰ ਜਾਣਾ ਹੈ, ਦਿੱਲੀ ਕੂਚ ਦੇ ਲਈ ਜਾਣਾ, ਉਹਦੇ ਲਈ ਕੀ ਕਰੋਗੇ ਇਸ ਵਾਰੀ? ਕੀ ਦੁਬਾਰਾ ਫਿਰ ਪੰਜਾਬ ਤੋਂ, ਪੂਰੇ ਭਾਰਤ ਤੋਂ ਜਿਹੜੇ ਕਿਸਾਨਾਂ ਨੂੰ ਉਹ ਦਿੱਲੀ ਵਿੱਚ ਬੁਲਾਓਗੇ? ਹਾਂ ਬਿਲਕੁਲ, ਇਹਦਾ ਸਾਰਾ ਡਿਸਕਸ ਅੱਜ ਵੀ ਹੋਇਆ। 6 ਤਾਰੀਖ ਦੀ ਫੇਰ ਮੀਟਿੰਗ ਡਿਸਕਸ ਹੋਊ, ਫਿਰ ਉਹਦੇ ਬਾਅਦ 17 ਦੀ ਮੀਟਿੰਗ ਐਸਕੇਐਮ ਦੀ। ਇਹ ਸਾਰਾ ਬਕਾਇਦਾ ਡਿਸਕਸ ਕੀਤਾ ਜਾ ਰਿਹਾ ਵੀ ਕਿਸ ਤਰ੍ਹਾਂ ਇਸकी ਪਿਛਲੀ ਵਾਰੀ ਵਾਲਾ ਜਿਹੜਾ ਮਾਹੌਲ ਉਹ ਨਾ ਬਣੇ ਔਰ ਪੀਸਫੁਲ ਰੱਖਾਂਗੇ ਅਸੀਂ ਇਸ ਅੰਦੋਲਨ ਨੂੰ। ਬਿਲਕੁਲ ਅਸੀਂ ਜਿਹੜੇ ਲੋਕਾਂ ਨੂੰ ਕਾਲ ਦੇਵਾਂਗੇ ਉਹਨਾਂ ਨੂੰ ਕਹਿਣਾ ਵੀ ਸ਼ਾਂਤਮਈ ਰਹਿ ਕੇ ਅੰਦੋਲਨ ਕਰਨ ਵਾਸਤੇ ਆਇਓ। ਇੱਥੇ ਇਹ ਧਾਰਨਾ ਨਾ ਲੈ ਕੇ ਆਇਓ ਵੀ ਇੱਥੇ ਕਿਸੇ ਨੂੰ ਢਾਉਣਾ, ਕਿਸੇ ਨੂੰ ਕੁੱਟਣਾ ਜਾਂ ਮਾਰਨਾ, ਇੱਦਾਂ ਦਾ ਨਹੀਂ। ਅੰਦੋਲਨ ਨੂੰ ਕਿਸੇ ਕੰਢੇ ਲਾਉਣਾ ਹੈ, ਇਸ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇੱਥੇ ਆਉਣ ਲਈ ਸੱਦਾ ਦਿਆਂਗੇ। ਦਿੱਲੀ ਪੁਲਿਸ ਨਾਲ ਦੁਬਾਰਾ ਵੀ ਗੱਲਬਾਤ ਹੋਏਗੀ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਸੰਸਦ ਵੱਲ ਨੂੰ ਜਾਣਾ, ਹੋ ਸਕਦਾ ਉਹ ਤੁਹਾਨੂੰ ਰੋਕਣ ਵੀ, ਤੁਹਾਡੇ ਨਾਲ ਗੱਲਬਾਤ ਕਰਨ, ਤੁਹਾਡੇ ਇਸ ਫੈਸਲੇ ਨੂੰ ਟਾਲਣ ਵਾਸਤੇ, ਹੋਲਡ ਕਰਨ ਵਾਸਤੇ ਵੀ ਤੁਹਾਨੂੰ ਕਹਿਣ। ਦੁਬਾਰਾ ਗੱਲਬਾਤ ਹੁੰਦੀ ਹੈ ਤੁਹਾਡੀ ਤਾਂ ਕੀ ਰਾਏ ਹੋਏਗੀ ਤੁਹਾਡੀ ਸੰਯੁਕਤ ਕਿਸਾਨ ਮੋਰਚੇ ਦੀ? ਨਹੀਂ, ਹਾਲੇ ਤਾਂ ਇਹੋ ਜਿਹਾ ਕੋਈ ਫੈਸਲਾ ਹੋਇਆ ਨਹੀਂ, ਸੋਚਿਆ ਨਹੀਂ ਇਹਦੇ ਬਾਰੇ। ਹਾਲੇ ਤਾਂ ਸਿਰਫ ਇਹ ਤੈਅ ਹੋਇਆ ਵੀ ਮਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਕੋਈ ਡੇਟ ਰੱਖ ਕੇ ਪਾਰਲੀਮੈਂਟ ਵੱਲ ਮਾਰਚ ਕੀਤਾ ਜਾਏ। ਹਾਲੇ ਇਹ ਨਹੀਂ ਦਿੱਲੀ ਪੁਲਿਸ ਨਾਲ ਕੀ ਹੋਣਾ ਹੈ, ਕੁਛ ਨਹੀਂ। ਇਹ ਹਾਲੇ ਇਹ ਸੈਕੰਡਰੀ ਚੀਜ਼ਾਂ ਨੇ, ਇਹਦਾ ਹਾਲੇ ਕੋਈ ਇਹਦੇ ਨਾਲ ਸੰਬੰਧ ਨਹੀਂ। ਸਰ ਕੀ ਉੱਥੇ ਜਾ ਕੇ ਧਰਨਾ ਦੇਣਾ ਹੈ ਜਾਂ ਉੱਥੇ ਜਾ ਕੇ ਬੈਠਣਾ ਹੀ ਹੈ ਪੱਕਾ, ਜਾਂ ਵਾਪਸ ਆ ਜਾਣਾ? ਇਹਦੇ ਬਾਰੇ ਜੇ ਕੁਝ ਸਪਸ਼ਟ ਕਰ ਸਕੋ। ਇਹ ਤੁਹਾਨੂੰ ਜਦੋਂ ਫਾਈਨਲੀ ਡਿਸਾਈਡ ਹੋ ਗਿਆ ਸਾਰਾ ਕੁਝ, ਉਸ ਵੇਲੇ ਕਲੀਅਰ ਕਰ ਦਾਂਗੇ। ਮਤਲਬ ਤੁਸੀਂ ਪਿੱਛੋਂ ਜਦੋਂ ਕਿਸਾਨ ਬੁਲਾਓਗੇ ਤਾਂ ਮੈਨੂੰ ਲੱਗਦਾ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੋ ਜਾਊਗਾ। ਇਸ ਇਕੱਠ ਨੂੰ ਤੁਸੀਂ ਸੰਭੋਗੇ ਕਿੱਦਾਂ? ਕੀ ਤੁਹਾਡੀ ਇਸ ਵੇਲੇ ਇਸ ਵਾਰ ਵਿਉਂਤਬੰਦੀ ਹੋਏਗੀ? ਕਿਸ ਤਰੀਕੇ ਦੀ ਲੀਡਰਸ਼ਿਪ, ਵਲੰਟੀਅਰ ਕਿਸ ਤਰੀਕੇ ਦੇ ਨਾਲ ਮੁਸਤੈਦ ਹੋਣਗੇ? ਇਹ ਸਾਰੀਆਂ ਜਿਹੜਾ ਇਹ ਮੁੱਦੇ ਨੇ ਸਟ੍ਰੈਟਜੀ ਤੈਅ ਕਰਨ ਵਾਸਤੇ ਨੇੜੇ ਮੀਟਿੰਗਸ ਐਸਕੇਐਮ ਦੀਆਂ ਹੋ ਰਹੀਆਂ, ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗ ਛੇਤੀ ਹੋ ਰਹੀਆਂ ਨੇ। ਇਹ ਸਾਰਾ ਕੁਝ ਅਸੀਂ ਪਹਿਲਾਂ ਬਿਫੋਰ ਹੈਂਡ ਕੋਈ 15-20 ਦਿਨ ਪਹਿਲਾਂ ਅਸੀਂ ਡਿਕਲੇਅਰ ਕਰ ਦਾਂਗੇ ਵੀ ਇਸ ਢੰਗ ਨਾਲ ਅਸੀਂ ਉੱਤੇ ਜਾਣਾ ਹੈ। ਜੇ ਬੈਰੀਕੇਡ ਲਗਾਉਂਦੀ ਹੈ ਤਾਂ ਪੁਲਿਸ ਤਾਂ ਬੈਰੀਕੇਡ ਹਟਾਓਗੇ ਜੀ? ਚਲੋ ਐਜੀਟੇਸ਼ਨਾਂ 'ਚ ਤਾਂ ਸਾਰਾ ਕੁਝ ਹੁੰਦਾ ਹੀ ਹੈ। ਉਹ ਸਰਕਾਰ ਆਪਣਾ ਕੰਮ ਕਰਦੀ ਹੈ, ਅਸੀਂ ਆਪਣਾ ਰੋਲ ਅਦਾ ਕਰਨਾ, ਉਹ ਦੇਖਾਂਗੇ ਕੀ ਕਰਦੇ ਨੇ। ਸਾਹਿਬ ਤੁਹਾਡੇ ਤੇ ਪਰਚੇ ਵੀ ਨੇ, ਬਹੁਤ ਸਾਰੀ ਲੀਡਰਸ਼ਿਪ ਦੇ ਉੱਤੇ ਪਰਚੇ ਨੇ। ਜੇ ਦਿੱਲੀ ਵੀ ਜਾਓਗੇ ਤਾਂ ਗ੍ਰਿਫਤਾਰ ਵੀ ਹੋ ਸਕਦੇ ਹੋ। ਤਾਂ ਕੀ ਹੈ, ਕੀ ਇੱਥੇ ਕੋਈ ਹਾਰ ਪਾਉਣਾ ਸਰਕਾਰ ਨੇ ਸਾਡੇ? ਉਹਨਾਂ ਪਰਚੇ ਤਾਂ ਸਾਡੇ ਤੇ ਅੱਜ ਦੇ ਥੋੜੋ, ਜਿੱਦਣ ਇੱਥੇ ਆ ਕੇ ਬੈਠੇ ਉਦੋਂ ਦੇ ਆ। ਹਰਿਆਣੇ 'ਚ 307 ਦੇ ਆ, ਇਹਨਾਂ ਨੇ 124 ਦੇਸ਼ ਧਰੋਹੀ ਦੇ ਪਰਚੇ ਦਰਜ ਕੀਤੇ ਨੇ। ਇਹ ਤਾਂ ਚੱਲਦਾ ਹੀ ਰਹਿੰਦਾ, ਪਰਚੇ ਪੁਰਚਿਆਂ ਤੋਂ ਨਹੀਂ ਡਰਦੇ ਅਸੀਂ। ਹਰਿਆਣਾ ਤੋਂ ਗੱਲ ਯਾਦ ਆਈ ਹੈ, ਦੁਸ਼ਯੰਤ ਚੌਟਾਲਾ ਦਾ ਜਹਾਜ਼ ਉਤਰਨਾ ਸੀ, ਕਿਸਾਨਾਂ ਨੇ ਉਤਰ ਨਹੀਂ ਦਿੱਤਾ, ਫਿਰ ਜਾ ਕੇ ਕਿਸਾਨਾਂ ਨੇ ਰੋਕਤਾ। ਪਹਿਲਾਂ ਵੀ ਬਹੁਤ ਵਾਰੀ ਖੱਟਰ ਸਾਹਿਬ ਦਾ ਵੀ, ਚੌਟਾਲਾ ਸਾਹਿਬ ਦਾ ਵੀ ਜਿਹੜਾ ਜਹਾਜ਼ ਆ ਉਹਨੂੰ ਉਤਰ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਹਰਿਆਣੇ ਦੇ ਵਿੱਚ ਨਹੀਂ ਐਂਟਰ ਕਰਨ ਦਿੱਤਾ ਜਾਂਦਾ। ਇਹਦੇ ਉੱਤੇ ਤੁਸੀਂ ਕੀ ਕਹੋਗੇ? ਦੇਖੋ, ਇਹ ਤਾਂ ਕਿਸਾਨਾਂ 'ਚ ਵਿਰੋਧ ਹੈ। ਚੀਫ ਮਿਨਿਸਟਰ ਦਾ 2 ਵਾਰੀ ਉਤਰ ਨਹੀਂ ਦਿੱਤਾ ਕਰਨਾਲ 'ਚ, ਤੇ ਇਹਦਾ ਦੁਸ਼ਯੰਤ ਦਾ ਜਿੱਥੇ ਹਿਸਾਰ 'ਚ ਨਹੀਂ ਉਤਰਨ ਦਿੱਤਾ। ਤੇ ਲੋਕ ਨਾਰਾਜ਼ ਨੇ, ਭਾਜਪਾ ਨਾਲ ਪੂਰੀ ਤਰ੍ਹਾਂ ਨਾਰਾਜ਼ ਨੇ, ਉਹਨਾਂ ਨੂੰ ਸਮਝਣਾ ਚਾਹੀਦਾ। ਔਰ ਇਹੀ ਇੱਕ ਚਰਚਾ ਚੱਲ ਰਹੀ ਹੈ, ਪਤਾ ਨਹੀਂ ਕੱਲ ਫੈਸਲਾ ਹੋਊਗਾ ਫਿਰ ਦੱਸਾਂਗੇ। ਲੋਕੀ ਇੰਨਾ ਨਾਰਾਜ਼ ਨੇ, ਸਾਨੂੰ ਕਹਿ ਰਹੇ ਨੇ ਵੀ ਬੀਜੇਪੀ ਦੇ ਜਿਹੜੇ ਲੀਡਰਸ ਨੇ, ਜਿਹੜੇ MP ਨੇ, MLA ਨੇ, ਇਹਨਾਂ ਨੂੰ ਕਹੋ ਵੀ ਸਾਡੀਆਂ ਵੋਟਾਂ ਨਾਲ ਤੁਸੀਂ ਚੋਣ ਜਿੱਤ ਕੇ ਗਏ ਹੋ, ਅੱਜ ਕਿਸਾਨੀ ਜਿਹੜੀ ਆ ਉਹ ਸੰਕਟ 'ਚ ਹੈ। ਜਾਂ ਤਾਂ ਸਰਕਾਰ ਨੂੰ ਆਪਣੀ ਨੂੰ ਦਬਾਅ ਪਾਓ ਵੀ ਕਿਸਾਨਾਂ ਦੀ ਮੰਗਾਂ ਮੰਨਣ, ਨਹੀਂ ਫਿਰ ਅਸਤੀਫਾ ਦੇ ਕੇ ਆਓ ਵਾਪਸ। ਬੀਜੇਪੀ ਕਹਿ ਰਹੀ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰਾਂਗੇ, ਅਸੀਂ ਦਿਖਾਵਾਂਗੇ ਕਿ ਸਾਡੇ ਨਾਲ ਕਿੰਨੇ ਲੋਕ ਨੇ। ਦੇਖੋ ਜੀ, ਡੈਮੋਕ੍ਰੇਸੀ ਹੈ, ਜੋ ਕੁਝ ਹੈਗਾ ਉਹ ਲੋਕਾਂ ਦੇ ਸਾਹਮਣੇ ਆ ਜਾਣਾ ਹੈ। ਲੋਕ ਇਹਨਾਂ ਨੂੰ ਖੰਗਣ ਦਾ ਲੋਕ ਦਿੰਦੇ ਨਹੀਂ, ਕੋਈ ਕਿਤੇ ਕੁਝ ਜਾਣ ਨਹੀਂ ਦਿੰਦਾ, ਥਾਂ ਤਾਂ ਲੋਕ ਆਪੇ ਕਰੀ ਜਾਂਦੇ ਨੇ। ਸ਼ਕਤੀ ਪ੍ਰਦਰਸ਼ਨ ਕਰ ਲੈਣ, ਹਾਂ ਇਹ ਠੀਕ ਹੈ। ਲੋਕਾਂ ਨੂੰ ਇੱਕ ਬੇਨਤੀ ਕਰਾਂਗੇ ਵੀ ਪੀਸਫੁਲ ਰੱਖਿਓ, ਇਹ ਮਾਹੌਲ ਖਰਾਬ ਕਰਨਗੇ ਬੀਜੇਪੀ ਵਾਲੇ। ਸਾਹਿਬ 2022 ਦੀਆਂ ਤਿਆਰੀਆਂ ਨੇ ਉਹਨਾਂ ਦੀਆਂ, ਕਹਿ ਰਹੇ ਨੇ ਕਿ 2022 ਦੇ ਵਿੱਚ ਅਸੀਂ ਪੂਰੀ ਤਰ੍ਹਾਂ ਬਹੁਮਤ ਲਵਾਂਗੇ, ਕਿਸਾਨ ਤਾਂ ਸਾਡੇ ਨਾਲ ਨੇ। ਕਹਿੰਦੇ ਥੋੜੇ ਜਿਹੇ ਲੀਡਰ ਨੇ ਜਿਹੜੇ ਖਰਾਬ ਕਰ ਰਹੇ ਨੇ ਸੰਘਰਸ਼ ਨੂੰ, ਸਾਡਾ ਜਦੋਂ ਫੈਸਲਾ ਹੋ ਜਾਊਗਾ, ਲੀਡਰਸ਼ਿਪ ਥੋੜਾ 10 ਮਿੰਟ ਪਾਸੇ ਹੋ ਜਾਏ, ਕਿਸਾਨ ਤਾਂ ਸਾਡੇ ਨਾਲ ਹੀ ਨੇ। ਮੁੰਗੇਰੀ ਲਾਲ ਦੇ ਸੁਪਨੇ ਲੈ ਲੈਣ ਦੇ, ਵਿਚਾਰਿਆਂ ਨੂੰ ਕੀ ਫਰਕ ਪੈਂਦਾ? ਉਹ 4 ਦਿਨ ਇਹ ਕਹਿ ਕੇ ਤਾਂ ਖੁਸ਼ ਹੋ ਲੈਣਗੇ ਨਾ ਵੀ ਅਸੀਂ ਸਰਕਾਰ ਬਣਾਉਣੀ ਹੈ। ਸਰਕਾਰ ਭਾਵੇਂ ਪਤਾ ਨਹੀਂ ਇੱਕ ਵੀ ਸੀਟ ਨਹੀਂ ਮਿਲਣੀ ਉਹਨਾਂ ਨੂੰ, ਉਹ ਇਹ ਐਵੇਂ ਹਵਾਈ ਗੱਲਾਂ ਨੇ ਸਾਰੀਆਂ। ਤੁਸੀਂ ਲਗਾਤਾਰ ਇਹ ਅਪੀਲ ਕਰਦੇ ਆਏ ਹੋ ਕਿ ਭਾਜਪਾ ਦਾ ਵਿਰੋਧ ਕਰੋ, ਪਰ ਕਿਸੇ ਨੂੰ ਹਿੰਸਾ ਦੇ ਵਿੱਚ ਜਾਂ ਸਰੀਰਕ ਨੁਕਸਾਨ ਨਾ ਪਹੁੰਚਾਓ। ਤਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਮਲੋਟ ਦੇ ਵਿੱਚ ਘਟਨਾ ਨੂੰ ਦੇਖਿਆ, ਅਰੁਣ ਨਾਰੰਗ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਹਮਲੇ ਕੀਤੇ ਗਏ, ਤਾਂ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਕਾਂਗਰਸ ਵਾਲਿਆਂ ਨੇ ਕਰਾਏ ਨੇ। ਤੇ ਤੁਹਾਨੂੰ ਕੀ ਲੱਗਦਾ ਹੈਗਾ ਇਸ ਤਰੀਕੇ ਦੇ ਹਿੰਸਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਉਹ ਚੰਗਾ ਨਹੀਂ ਹੋਇਆ, ਮੰਦਭਾਗਾ ਹੈ। ਪਰ ਇੱਕ ਗੱਲ ਬੀਜੇਪੀ ਵਾਲਿਆਂ ਨੂੰ ਵੀ ਸਮਝਣੀ ਚਾਹੀਦੀ, ਉਹ ਲੋਕਾਂ ਨੂੰ ਪ੍ਰਵੋਕ ਨਾ ਕਰਨ। ਦੇਖੋ,
ਡੈਮੋਕ੍ਰੇਸੀ ਹੈ, ਉਹਨਾਂ ਨੇ ਆਪਣੀ ਗੱਲ ਕਹਿਣੀ ਹੈ, ਕਹਿਣ ਜੀ ਸਦਕੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਲੋਕਾਂ ਨੂੰ ਉਕਸਾਉਣ ਨਾ, ਜਦੋਂ ਉਕਸਾਉਂਦੇ ਨੇ ਤਾਂ ਫਿਰ ਇਹੋ ਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ। ਇਸ ਕਰਕੇ ਮੈਂ ਸਮਝਦਾ ਅਸੀਂ ਤਾਂ ਪੀਸਫੁਲੀ ਅੰਦੋਲਨ ਲੜਦੇ ਰਹੇ ਹਾਂ, ਪੀਸਫੁਲ ਰਹਾਂਗੇ। ਰਾਜੇਵਾਲ ਸਾਹਿਬ, ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ, 4 ਮੈਂਬਰ ਸੀ। ਭੁਪਿੰਦਰ ਮਾਨ ਜੀ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਤੇ 3 ਮੈਂਬਰ ਰਹਿ ਗਏ ਸੀ। ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਉਹ ਬੰਦ ਲਿਫਾਫੇ ਦੇ ਵਿੱਚ ਸੁਪਰੀਮ ਕੋਰਟ ਦੇ ਅੱਗੇ ਪੇਸ਼ ਕਰ ਦਿੱਤੀ ਆ। ਹੁਣ ਕੀ ਲੱਗਦਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆਏਗਾ ਕੋਈ ਫੈਸਲਾ ਜਾਂ ਵਿਰੋਧ ਦੇ ਵਿੱਚ ਆਏਗਾ? ਕਿਉਂਕਿ ਬਹੁਤ ਸਾਰੇ ਜਥੇਬੰਦੀਆਂ ਨੇ, ਪੰਜਾਬ ਤੇ ਹਰਿਆਣਾ ਦੀ ਜਥੇਬੰਦੀ ਨੇ ਛੱਡ ਕੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਹੈ, 23 ਵਾਰ ਉਹਨਾਂ ਦੀ ਮੀਟਿੰਗ ਹੋਈ ਹੈ। ਤੁਹਾਨੂੰ ਕੀ ਲੱਗਦਾ ਕੀ ਫੈਸਲਾ ਆਊਗਾ? ਤੁਸੀਂ ਇਹ ਦੇਖੋ, ਉਸ ਕਮੇਟੀ ਦੇ ਜਿਹੜੇ ਮੈਂਬਰ ਨੇ, ਡਾਕਟਰ ਅਸ਼ੋਕ ਗੁਲਾਟੀ ਵਗੈਰਾ, ਉਹਨਾਂ ਨੇ ਨੀਤੀ ਆਯੋਗ 'ਚ ਜਦੋਂ ਸਰਕਾਰ ਦੇ ਮੁਲਾਜ਼ਮ ਸੀ, ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਕਾਨੂੰਨ ਬਣੇ ਨੇ। ਅੱਜ ਤੱਕ ਕੋਈ ਅਖਬਾਰ ਨਹੀਂ ਉਹਨਾਂ ਨੇ ਛੱਡਿਆ ਜਿੱਥੇ ਉਹਨਾਂ ਨੇ ਅੰਗਰੇਜ਼ੀ ਦੀਆਂ ਅਖਬਾਰਾਂ ਵਿੱਚ ਲੇਖ ਲਿਖ ਕੇ ਇਹਨਾਂ ਕਾਨੂੰਨਾਂ ਦੀ ਵਕਾਲਤ ਨਹੀਂ ਕੀਤੀ, ਜਿਹੜੇ ਖੁਦ ਇਹਨਾਂ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਹੈ। ਪਹਿਲੀ ਗੱਲ ਤਾਂ ਸੁਪਰੀਮ ਕੋਰਟ ਨੂੰ ਇਹੋ ਜਿਹੇ ਬੰਦਿਆਂ ਦੀ ਕਮੇਟੀ ਨਹੀਂ ਸੀ ਬਣਾਉਣੀ ਚਾਹੀਦੀ। ਇਹਦਾ ਮਤਲਬ ਉਹ ਜਿਹੜੇ ਬੰਦੇ ਪਹਿਲਾਂ ਹੀ ਸਪਸ਼ਟ ਨੇ, ਇੱਕ ਝੁਕਾਅ ਰੱਖਦੇ ਨੇ ਸਰਕਾਰ ਵਾਲੇ ਪਾਸੇ, ਤੇ ਉਹਨਾਂ ਕੋਲੋਂ ਕਿਸਾਨਾਂ ਨੂੰ ਕੀ ਉਮੀਦ ਹੋ ਸਕਦੀ ਹੈ? ਅਸੀਂ ਇਸੇ ਲਈ ਕਮੇਟੀ ਦੇ ਅਨਾਉਂਸ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਅਸੀਂ ਇਹ ਕਮੇਟੀ ਰੱਦ ਕਰਤੀ ਸੀ ਵੀ ਅਸੀਂ ਇਹਦੇ ਪਾਬੰਦੀ ਨਾ, ਅਸੀਂ ਇਹਦੇ ਅੱਗੇ ਪੇਸ਼ ਹੋਵਾਂਗੇ। ਜੇ ਕੋਈ ਕੋਰਟ ਫੈਸਲਾ ਦਿੰਦੀ ਹੈ ਤੇ ਉਸ ਨੂੰ ਮੰਨਣਗੇ ਸੰਯੁਕਤ ਕਿਸਾਨ ਮੋਰਚਾ, ਰਾਜੇਵਾਲ ਸਾਹਿਬ ਮੰਨਣਗੇ? ਦੇਖੋ ਜੀ, ਪਤਾ ਨਹੀਂ ਕੋਰਟ ਨੇ ਕੀ ਫੈਸਲਾ ਦੇਣਾ। ਅਸੀਂ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਡਿਸਐਸੋਸੀਏਟ ਕਰ ਲਿਆ ਸੀ ਤੇ ਅਸੀਂ ਇਦਾਂ ਦਾ ਫੈਸਲਾ ਕੋਈ ਨਹੀਂ ਮੰਨਾਂਗੇ ਜਿਹੜਾ ਇਹ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਅਸੀਂ ਨਹੀਂ ਮੰਨਾਂਗੇ। ਰਾਜੇਵਾਲ ਸਾਹਿਬ, ਇੱਕ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਗੱਲ ਉੱਠੀ ਸੀਗੀ ਉਦੋਂ ਮਹਾਪੰਚਾਇਤ ਦੇ ਵਿੱਚ ਕਿ 21 ਮੈਂਬਰ ਹਰ ਪਿੰਡ ਦੇ ਵਿੱਚ ਬਣਾਏ ਜਾਣਗੇ, ਜਿਹੜੇ ਸਿਆਸੀ ਜਮਾਤਾਂ ਹੋਣਗੀ, ਸਿਆਸੀ ਪਾਰਟੀਆਂ ਹੋਣਗੀ, ਪੋਲੀਟੀਕਲ ਪਾਰਟੀਆਂ, ਉਹਨਾਂ ਨੂੰ ਸਵਾਲ ਕਰਨਗੇ ਕਿ ਆਖਰ ਉਹਨਾਂ ਨੇ ਕੀਤਾ ਕੀ ਹੈ। ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਇਸ ਪਾਸੇ ਵੀ ਤੁਰਨਗੇ? ਨਹੀਂ, ਹਾਲੇ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ। ਇਹ ਰਾਇਆਂ ਨੇ ਆਪੋ ਆਪਣੀ, ਕੋਈ ਕੁਝ ਕਹਿ ਦਿੰਦਾ, ਕੋਈ ਕੁਝ ਕਹਿ ਦਿੰਦਾ। ਹਾਲੇ ਫਾਈਨਲ ਨਹੀਂ ਕੁਝ ਹੋਇਆ, ਜਦੋਂ ਫਾਈਨਲ ਹੋ ਜਾਏਗਾ ਤੁਹਾਨੂੰ ਦੱਸ ਦਿਆਂਗੇ। ਵਾਢੀਆਂ ਵੀ ਆਉਣ ਵਾਲੀਆਂ ਨੇ ਰਾਜੇਵਾਲ ਸਾਹਿਬ, ਕਿੱਦਾਂ ਦੇਖਦੇ ਹੋ ਹੁਣ? ਕਿਉਂਕਿ ਕਿਸਾਨਾਂ ਦੀ ਗਿਣਤੀ ਸ਼ਾਇਦ ਇੱਥੇ ਵੀ ਬਾਰਡਰਾਂ ਦੇ ਉੱਤੇ ਵੀ ਘਟੇਗੀ, ਕਿਉਂਕਿ ਪਿੱਛੇ ਜਾ ਕੇ ਕਣਕ ਦੀ ਜਿਹੜੀ ਉਹ ਫਸਲ ਉਹ ਵੀ ਸਾਂਭਣੀ ਹੈ। ਫਿਰ ਇਸ ਵਾਰ ਕੀ ਤਿਆਰੀਆਂ ਕਰੋਗੇ ਤੁਸੀਂ? ਤੁਸੀਂ ਮੈਨੂੰ ਇੱਕ ਦੱਸੋ, ਅਸੀਂ ਜਿਨ੍ਹਾਂ ਨਾਲ ਲੜਦੇ ਹਾਂ ਉਹੀ ਇੱਥੇ ਨਹੀਂ। ਸਰਕਾਰ ਇਹ ਭੱਜ ਗਈ, ਬੰਗਾਲ 'ਚ ਤੁਰੀ ਫਿਰਦੀ ਆ, ਆਸਾਮ 'ਚ ਤੁਰੀ ਫਿਰਦੀ ਆ, ਦਿੱਲੀ 'ਚ ਸਰਕਾਰ ਇਹ ਹੈ ਨਹੀਂ। ਤੋ ਇਸ ਕਰਕੇ ਅਸੀਂ ਵੀ ਸਟ੍ਰੈਟਜੀ ਦੇ ਤੌਰ ਤੇ ਕਹਿਤਾ ਕਿਸਾਨਾਂ ਨੂੰ ਵੀ ਆਪਣੀ ਫਸਲ ਸੰਭਾਲ ਲਓ, 6 ਮਹੀਨੇ ਦੀ ਹੈ। ਇਕੱਠ ਦਾ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਜਿੱਦਣ ਕਾਲ ਦਿੰਦੇ ਹਾਂ ਉਦੋਂ ਦੇ ਲੋਕ ਆ ਜਾਂਦੇ ਨੇ। ਅਪੀਲ ਕੀ ਕਰਨਾ ਚਾਹੋਗੇ ਲਾਸਟ ਦੇ ਵਿੱਚ? ਅਪੀਲ ਸਿਰਫ ਇਹ ਕਰਨਾ ਚਾਹਾਂਗੇ ਵੀ ਅੰਦੋਲਨ ਤੁਹਾਡਾ ਪੀਕ ਤੇ ਗਿਆ, ਸਰਕਾਰ ਕੋਲ ਕੋਈ ਜਵਾਬ ਨਹੀਂ। ਅਸੀਂ ਆਪਣਾ ਕੇਸ ਠੀਕ ਸਿੱਧ ਕਰ ਚੁੱਕੇ ਹਾਂ। ਅਸੀਂ ਇਹ ਸਾਬਤ ਕਰ ਚੁੱਕੇ ਹਾਂ ਵੀ ਕਾਨੂੰਨ ਨਾ ਦੇਸ਼ ਦੇ, ਨਾ ਕਿਸਾਨਾਂ ਦੇ, ਨਾ ਆਮ ਲੋਕਾਂ ਦੇ ਹਿੱਤ 'ਚ ਨਹੀਂ। ਔਰ ਇਹ ਕਾਨੂੰਨ ਜਿਹੜੇ ਨੇ ਇਹ ਸੰਵਿਧਾਨ ਦੇ ਵੀ ਉਲਟ ਨੇ, ਇਹ ਅਸੀਂ ਸਿੱਧ ਕਰ ਚੁੱਕੇ ਹਾਂ। ਹੁਣ ਯਕੀਨਨ ਜਿੱਤ ਸਾਡੀ ਹੋਏਗੀ, ਜਿੱਤ ਕਿਸਾਨਾਂ ਦੀ ਹੋਏਗੀ। ਇਹ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪੈਣਗੇ। ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰਾਂਗਾ ਵੀ ਇੱਕ ਖਿਆਲ ਰੱਖਿਓ, ਸਰਕਾਰਾਂ ਬੜਾ ਕੁਝ ਕਰਦੀਆਂ ਨੇ, ਇੱਕ ਤਾਂ ਪੀਸਫੁਲ ਰਹਿਣਾ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਕਹਿਣਾ, ਜੇ ਸ਼ਾਂਤਮਈ ਰਹੋਗੇ ਅੰਦੋਲਨ ਜਿੱਤੋਗੇ, ਜੇ ਹਿੰਸਕ ਹੋਏ ਤਾਂ ਮੋਦੀ ਜਿੱਤੇਗਾ। ਅਸੀਂ ਮੋਦੀ ਨੂੰ ਨਹੀਂ ਜਿੱਤਣ ਦੇਣਾ। ਇਹ ਅੰਦੋਲਨ ਦੁਨੀਆ ਭਰ ਦਾ ਅੰਦੋਲਨ ਹੋ ਗਿਆ। ਉਹ ਆਪਣੀ ਜ਼ਿੰਮੇਵਾਰੀ ਦਾ ਇਹ ਵੀ ਅਹਿਸਾਸ ਕਰਨ। ਤੁਸੀਂ ਏਡੀ ਵੱਡੀ ਕੁਰਬਾਨੀ ਕੀਤੀ ਹੈ, ਇੰਨਾ ਲੰਬਾ ਅੰਦੋਲਨ ਦੁਨੀਆ 'ਚ ਕਦੀ ਨਹੀਂ ਚੱਲਿਆ, ਇੰਨਾ ਪੀਸਫੁਲ ਕਦੀ ਨਹੀਂ ਚੱਲਿਆ, ਇੰਨੀ ਵੱਡੀ ਪਾਰਟਿਸਿਪੇਸ਼ਨ ਕਦੇ ਨਹੀਂ ਹੋਈ। ਇਹ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ। ਸਾਰੀ ਦੁਨੀਆ ਇਸ ਅੰਦੋਲਨ ਵੱਲ ਦੇਖਦੀ ਹੈ। ਔਰ ਦੁਨੀਆ ਦੇ ਜਿਹੜੇ ਲੀਡਰਸ ਨੇ, ਉਹ 3 ਬੰਦਿਆਂ ਨੂੰ, ਜਿਹਦੇ ਵਿੱਚ ਇੱਕ ਮੋਦੀ ਹੈ, ਉਹਨਾਂ ਨੂੰ ਡਿਕਟੇਟਰ ਕਹਿਣ ਲੱਗ ਪਏ। ਉਹ ਕਹਿੰਦੇ ਇਹ ਨਵਾਂ ਹਿਟਲਰ ਜੰਮ ਪਿਆ। ਤੋ ਇਹ ਤੋਂ ਖਤਰਾ ਡੈਮੋਕ੍ਰੇਸੀ ਨੂੰ। ਇਹ ਸਾਰੀਆਂ ਗੱਲਾਂ ਤੁਹਾਡੇ ਅੰਦੋਲਨ ਦੀ ਵਜ੍ਹਾ ਕਰਕੇ ਸਾਰੀ ਦੁਨੀਆ 'ਚ ਹੋਣ ਲੱਗੀਆਂ। ਇਸ ਕਰਕੇ ਪੀਸਫੁਲ ਰਹਿ ਕੇ ਅੰਦੋਲਨ ਨੂੰ ਚਲਾਉਣਾ, ਔਰ ਹਰ ਵੇਲੇ ਅੱਖ ਰੱਖਣਾ ਆਪਣੇ ਅੰਦੋਲਨ ਤੇ ਕੀ ਲੋੜ ਹੈ। ਜਿੱਦਣ ਇਸੇ ਸੱਦਾਂਗੇ ਉਦੋਂ ਜ਼ਿੰਮੇਵਾਰੀ ਨਾਲ ਇੱਥੇ ਆਉਣਾ ਔਰ ਉਹਦੇ ਵਿੱਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਉਣਾ। ਇਹ ਉਹਨਾਂ ਨੂੰ ਮੇਰੀ ਅਪੀਲ ਹੈ ਵੀ ਇਹ ਧਿਆਨ ਰੱਖਣ। ਕੱਲ ਦਵਾਈ ਲੈ ਕੇ ਆਏ ਹੋ ਫੋਰਟਿਸ ਹਸਪਤਾਲ ਦੇ ਵਿੱਚ, ਤੇ ਕਿੱਦਾਂ ਹੁਣ ਸਿਹਤ? ਨਹੀਂ, ਬਿਲਕੁਲ ਠੀਕ ਹੈ, ਸਿਹਤ ਠੀਕ ਹੈ। ਕੱਲ ਦੁਬਾਰਾ ਚੈੱਕਅਪ ਕੀਤਾ ਤੇ ਮੈਨੂੰ ਥੋੜੀ ਪ੍ਰੋਬਲਮ ਹੋਈ ਸੀ 25 ਤਾਰੀਖ ਨੂੰ, ਤੇ ਫਿਰ 26 ਨੂੰ ਬੰਦ ਸੀ। ਇੱਥੇ ECG ਵਗੈਰਾ ਹੋਈ, 27 ਨੂੰ ਉੱਥੇ ਜਾ ਕੇ ਸਾਰੇ ਟੈਸਟ ਟੁਸਟ ਕਰਾਏ, ਫਿਰ ਦਵਾਈ ਡਾਕਟਰਾਂ ਨੇ ਬਦਲੀ ਤੇ ਕੱਲ ਫਿਰ ਚੈੱਕ ਕਰਵਾਏ। ਬਿਲਕੁਲ ਠੀਕ ਹੈ, ਕੋਈ ਪ੍ਰੋਬਲਮ ਨਹੀਂ। ਤੁਹਾਡੀ ਦਸ਼ਾ ਠੀਕ ਹੈ, ਤੇ ਸੰਘਰਸ਼ ਦੀ ਦਸ਼ਾ ਦੱਸੋ ਫਿਰ ਹੁਣ ਕੀ ਹੈ? ਸੰਘਰਸ਼ ਦੀ ਦਸ਼ਾ ਕਿਵੇਂ ਦੇਖ ਰਹੇ ਹੋ? ਸੰਘਰਸ਼ ਦੀ ਜਿਹੜੀ ਰੂਪਰੇਖਾ ਹੈ, ਸੰਘਰਸ਼ ਕਿੱਥੇ ਕੁ ਖੜਾ ਹੈ ਇਸ ਵੇਲੇ? ਦੇਖੋ, ਸੰਘਰਸ਼ ਦੀ ਦਸ਼ਾ ਵੀ ਬਿਲਕੁਲ ਠੀਕ ਹੈ। ਅਸੀਂ ਜਿਹੜਾ ਪਿੰਡਾਂ 'ਚ ਲੋਕਾਂ ਨੇ ਫੈਸਲਾ ਕੀਤਾ ਉਹਦੇ ਮੁਤਾਬਕ ਲਗਾਤਾਰ ਬੰਦੇ ਹਰ ਪਿੰਡ ਦੇ ਆਈ ਜਾ ਰਹੇ ਨੇ। ਉਹਦੀ ਰਿਪਲੇਸਮੈਂਟ ਜਦੋਂ ਪਹਿਲੇ ਨਵੇਂ ਬੰਦੇ ਆ ਜਾਂਦੇ ਨੇ ਫਿਰ ਉਦੋਂ ਹੁੰਦੀ ਹੈ। ਸੰਘਰਸ਼ ਸਾਰੇ ਦੇਸ਼ ਵਿੱਚ ਇਹਦੀ ਚਰਚਾ, ਬਲਕਿ
ਸਰਕਾਰ ਦੇ ਉੱਤੇ ਇੰਟਰਨੈਸ਼ਨਲ ਪ੍ਰੈਸ਼ਰ ਵੀ ਹੈ, ਨੈਸ਼ਨਲ ਪ੍ਰੈਸ਼ਰ ਵੀ ਹੈ। ਔਰ ਤੁਸੀਂ ਦੇਖੋਗੇ ਵੀ ਇਸ ਅੰਦੋਲਨ ਦਾ ਅਸਰ ਇਹ ਹੈ ਵੀ ਲੱਗਦਾ ਇਹ ਹੈ ਜੋ ਸਾਡੇ ਕੋਲ ਮੈਸੇਜ ਆ ਰਹੇ ਨੇ, ਭਾਜਪਾ 5 ਦੇ 5 ਰਾਜਾਂ ਚੋਂ ਸਾਫ਼ ਹੋ ਜੂ। ਇਸ ਅੰਦੋਲਨ ਦੀ ਵਜ੍ਹਾ ਕਰਕੇ ਉਹਨੂੰ ਕਿਤੇ ਕੋਈ ਸਰਕਾਰ ਬਣਾਉਣੀ ਦੂਰ, ਕੁਝ ਲੱਭਣਾ ਨਹੀਂ। 2 ਮਈ ਦਾ ਮੈਨੂੰ ਲੱਗਦਾ ਤੁਹਾਨੂੰ ਵੀ ਇੰਤਜ਼ਾਰ ਹੈ ਕਿ 2 ਮਈ ਕਦੋਂ ਆਏਗੀ। ਨਹੀਂ, ਅਸੀਂ ਤਾਂ ਆਪਣਾ ਕੰਮ ਜਿਹੜਾ ਅੰਦੋਲਨ ਦਾ ਉਹ ਜਾਰੀ ਰੱਖਿਆ ਹੋਇਆ। 2 ਮਈ ਦਾ ਇੰਤਜ਼ਾਰ ਹੋਏਗਾ ਉਹਨਾਂ ਨੂੰ, ਪਰ ਸਾਨੂੰ ਇਹ ਪਤਾ ਜੋ ਕੁਝ ਅੱਜ ਵੀ ਫੀਡਬੈਕ ਜੋ ਆਇਆ ਉੱਥੇ ਸਾਡੀ ਮੀਟਿੰਗ 'ਚ, ਉਦੋਂ ਇਹ ਹੈਗਾ ਵੀ ਈਵਨ ਆਸਾਮ ਇਹਨਾਂ ਦੀ ਸਰਕਾਰ ਸੀ, ਆਸਾਮ ਵੀ ਇਹ ਲੂਜ਼ ਕਰ ਰਹੇ ਨੇ। ਸਾਰੇ ਦੇਸ਼ ਵਿੱਚ 5 ਸਟੇਟਾਂ ਜਿੱਥੇ ਚੋਣਾਂ ਹੋ ਰਹੀਆਂ 5 'ਚ ਲੂਜ਼ ਕਰ ਰਹੇ ਨੇ। ਕਿਸਾਨੀ ਦਾ ਅਸਰ ਮੰਨਦੇ ਹੋ, ਕਿਸਾਨ ਅੰਦੋਲਨ ਦਾ ਅਸਰ ਮੰਨਦੇ ਹੋ, ਜਾਂ ਤੁਹਾਡੇ ਉੱਥੇ ਜਾ ਕੇ ਕੀਤੀ ਹੋਏ ਭਾਸ਼ਣਾਂ ਦਾ ਅਸਰ ਹੈ, ਸੰਘਰਸ਼ ਦਾ ਅਸਰ ਹੈ? ਨਹੀਂ, ਸੰਘਰਸ਼ ਦਾ ਅਸਰ ਹੈ। ਔਰ ਇਹ ਤੋਂ ਬਿਨਾਂ ਜਿਸ ਤਰ੍ਹਾਂ ਮੋਦੀ ਸਰਕਾਰ ਲੋਕਾਂ ਦੇ ਹੱਕ ਖੋਹੀ ਜਾ ਰਹੀ ਹੈ, ਕਾਰਪੋਰੇਟਸ ਵਾਲੇ ਪਾਸੇ ਭੱਜੀ ਹੈ, ਇਹ ਘਰ ਘਰ ਸਾਰੇ ਦੇਸ਼ ਵਿੱਚ ਇਹ ਗੱਲ ਚਲੇਗੀ। ਸਾਰੇ ਮਹਿਸੂਸ ਕਰਦੇ ਨੇ ਵੀ ਮੋਦੀ ਸਰਕਾਰ ਨੂੰ ਸਮਰਥਨ ਦੇਣਾ ਅੱਜ ਦੀ ਡੇਟ ਵਿੱਚ ਇਹ ਲੋਕ ਵਿਰੋਧੀ ਹੈ, ਇਸ ਕਰਕੇ ਉਹਦਾ ਅਸਰ ਹੈ। ਰਾਜਨਾਥ ਸਾਹਿਬ, ਪਹਿਲਾਂ ਵੀ ਆਪਾਂ ਦੇਖਿਆ ਭਾਰਤ ਬੰਦ ਵੀ ਬਹੁਤ ਵਾਰੀ ਹੋਇਆ, KMP ਰੋਡ ਵੀ ਬਹੁਤ ਵਾਰੀ ਜਾਮ ਹੋਇਆ। ਇਸ ਵਾਰੀ ਕਹਿ ਰਹੇ ਹੋ 10 ਅਪ੍ਰੈਲ ਨੂੰ ਅਸੀਂ 24 ਘੰਟੇ ਦੇ ਲਈ KMP ਬੰਦ ਕਰਨਾ, ਇਹਦਾ ਕੀ ਕਾਰਨ ਹੈ? ਦੇਖੋ, ਇਹ ਇੱਕ ਦਿਨ ਲਈ ਅਸੀਂ ਸਰਕਾਰ ਨੂੰ ਫਿਰ ਚੇਤਾਵਨੀ ਦੇ ਤੌਰ ਤੇ ਬੰਦ ਕਰਨਾ KMP ਨੂੰ 24 ਘੰਟੇ ਵਾਸਤੇ। ਇਹ ਤੋਂ ਬਿਨਾਂ ਹੋਰ ਵੀ ਕਈ ਪ੍ਰੋਗਰਾਮ ਐਲਾਨ ਕੀਤੇ ਨੇ। ਮਈ ਦੇ ਪਹਿਲੇ ਹਫਤੇ, ਦੂਜੇ ਹਫਤੇ ਕੋਈ ਡੇਟ ਤੈਅ ਕਰਾਂਗੇ। ਫੈਸਲਾ ਇਹ ਹੋ ਗਿਆ ਵੀ ਫਿਰ ਅਸੀਂ ਪਾਰਲੀਮੈਂਟ ਵੱਲ ਮਾਰਚ ਕਰਾਂਗੇ। ਇਹ ਹੁਣ ਜਿਉਂ-ਜਿਉਂ ਹੁਣ ਸਰਕਾਰ ਅਵੇਸਲਾਪਣ ਸ਼ੋਅ ਕਰਦੀ ਹੈ, ਅੰਦਰੋਂ ਭਾਵੇਂ ਡਰੀ ਹੋਈ ਹੈ, ਦੂਸਰੇ ਪਾਸੇ ਅਸੀਂ ਆਪਣਾ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਰੌਂ 'ਚ ਆ। KMP ਬੰਦ ਕਰਕੇ ਕੀ ਸਰਕਾਰ ਦੇ ਉੱਤੇ ਕੋਈ ਅਸਰ ਪੈਂਦਾ ਜਾਂ ਆਮ ਲੋਕ ਹੀ ਪ੍ਰਭਾਵਿਤ ਹੁੰਦੇ ਨੇ? ਬਸ ਨਹੀਂ, KMP ਬੰਦ ਕਰਨ ਨਾਲ ਦਿੱਲੀ ਦੀ ਇਹ ਸ਼ਾਹਰਾਹ ਹੈ ਉਹ ਕੁੱਟੀ ਜਾਂਦੀ ਹੈ। ਅਸੀਂ ਇੱਕ ਦਿਨ ਉਹ ਜਾਮ ਕਰਕੇ ਸਾਰਾ ਦਿੱਲੀ ਦੀ ਟੋਟਲ ਸਪਲਾਈਜ਼ ਨੇ ਉਹ ਰੁਕ ਜਾਣਗੀਆਂ, ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ। ਸਾਹਿਬ, ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ, ਜਿੱਦਾਂ ਸੰਸਦ ਵੱਲ ਨੂੰ ਜਾਣਾ ਹੈ, ਦਿੱਲੀ ਕੂਚ ਦੇ ਲਈ ਜਾਣਾ, ਉਹਦੇ ਲਈ ਕੀ ਕਰੋਗੇ ਇਸ ਵਾਰੀ? ਕੀ ਦੁਬਾਰਾ ਫਿਰ ਪੰਜਾਬ ਤੋਂ, ਪੂਰੇ ਭਾਰਤ ਤੋਂ ਜਿਹੜੇ ਕਿਸਾਨਾਂ ਨੂੰ ਉਹ ਦਿੱਲੀ ਵਿੱਚ ਬੁਲਾਉਂਗੇ? ਹਾਂ, ਬਿਲਕੁਲ। ਇਹਦਾ ਸਾਰਾ ਡਿਸਕਸ ਅੱਜ ਵੀ ਹੋਇਆ। 6 ਤਾਰੀਖ ਦੀ ਫੇਰ ਮੀਟਿੰਗ ਡਿਸਕਸ ਹੋਊ, ਫਿਰ ਉਹਦੇ ਬਾਅਦ 17 ਦੀ ਮੀਟਿੰਗ SKM ਦੀ। ਇਹ ਸਾਰਾ ਬਕਾਇਦਾ ਡਿਸਕਸ ਕੀਤਾ ਜਾ ਰਿਹਾ ਵੀ ਕਿਸ ਤਰ੍ਹਾਂ ਇਸकी ਪਿਛਲੀ ਵਾਰੀ ਵਾਲਾ ਜਿਹੜਾ ਮਾਹੌਲ ਉਹ ਨਾ ਬਣੇ, ਔਰ ਪੀਸਫੁਲ ਰੱਖਾਂਗੇ ਅਸੀਂ ਇਸ ਅੰਦੋਲਨ ਨੂੰ। ਬਿਲਕੁਲ ਅਸੀਂ ਜਿਹੜੇ ਲੋਕਾਂ ਨੂੰ ਕਾਲ ਦੇਵਾਂਗੇ ਉਹਨਾਂ ਨੂੰ ਕਹਿਣਾ ਵੀ ਸ਼ਾਂਤਮਈ ਰਹਿ ਕੇ ਅੰਦੋਲਨ ਕਰਨ ਵਾਸਤੇ ਆਇਓ। ਇੱਥੇ ਇਹ ਧਾਰਨਾ ਨਾ ਲੈ ਕੇ ਆਇਓ ਵੀ ਇੱਥੇ ਕਿਸੇ ਨੂੰ ਢਾਉਣਾ, ਕਿਸੇ ਨੂੰ ਕੁੱਟਣਾ ਜਾਂ ਮਾਰਨਾ, ਇੱਦਾਂ ਦਾ ਨਹੀਂ। ਅੰਦੋਲਨ ਨੂੰ ਕਿਸੇ ਕੰਢੇ ਲਾਉਣਾ ਹੈ, ਇਸ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇੱਥੇ ਆਉਣ ਲਈ ਸੱਦਾ ਦਿਆਂਗੇ। ਦਿੱਲੀ ਪੁਲਿਸ ਨਾਲ ਦੁਬਾਰਾ ਵੀ ਗੱਲਬਾਤ ਹੋਏਗੀ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਸੰਸਦ ਵੱਲ ਨੂੰ ਜਾਣਾ, ਹੋ ਸਕਦਾ ਉਹ ਤੁਹਾਨੂੰ ਰੋਕਣ ਵੀ, ਤੁਹਾਡੇ ਨਾਲ ਗੱਲਬਾਤ ਕਰਨ, ਤੁਹਾਡੇ ਇਸ ਫੈਸਲੇ ਨੂੰ ਟਾਲਣ ਵਾਸਤੇ, ਹੋਲਡ ਕਰਨ ਵਾਸਤੇ ਵੀ ਤੁਹਾਨੂੰ ਕਹਿਣ। ਦੁਬਾਰਾ ਗੱਲਬਾਤ ਹੁੰਦੀ ਹੈ ਤੁਹਾਡੀ ਤਾਂ ਕੀ ਰਾਏ ਹੋਏਗੀ ਤੁਹਾਡੀ ਸੰਯੁਕਤ ਕਿਸਾਨ ਮੋਰਚੇ ਦੀ? ਹਾਲੇ ਤਾਂ ਇਹੋ ਜਿਹਾ ਕੋਈ ਫੈਸਲਾ ਹੋਇਆ ਨਹੀਂ, ਸੋਚਿਆ ਨਹੀਂ ਇਹਦੇ ਬਾਰੇ। ਹਾਲੇ ਤਾਂ ਸਿਰਫ ਇਹ ਤੈਅ ਹੋਇਆ ਵੀ ਮਈ ਦੇ ਪਹਿਲੇ ਜਾਂ ਦੂਜੇ ਹਫਤੇ ਕੋਈ ਡੇਟ ਰੱਖ ਕੇ ਪਾਰਲੀਮੈਂਟ ਵੱਲ ਮਾਰਚ ਕੀਤਾ ਜਾਏ। ਹਾਲੇ ਇਹ ਨਹੀਂ ਦਿੱਲੀ ਪੁਲਿਸ ਨਾਲ ਕੀ ਹੋਣਾ ਹੈ, ਕੁਛ ਨਹੀਂ। ਇਹ ਹਾਲੇ ਇਹ ਸੈਕੰਡਰੀ ਚੀਜ਼ਾਂ ਨੇ, ਇਹਦਾ ਹਾਲੇ ਕੋਈ ਇਹਦੇ ਨਾਲ ਸੰਬੰਧ ਨਹੀਂ। ਰਾਜਾ ਸਾਹਿਬ, ਕੀ ਉੱਥੇ ਜਾ ਕੇ ਧਰਨਾ ਦੇਣਾ ਹੈ ਜਾਂ ਉੱਥੇ ਜਾ ਕੇ ਬੈਠਣਾ ਹੀ ਹੈ ਪੱਕਾ, ਜਾਂ ਵਾਪਸ ਆ ਜਾਣਾ? ਇਹਦੇ ਬਾਰੇ ਜੇ ਕੁਝ ਸਪਸ਼ਟ ਕਰ ਸਕੋ। ਇਹ ਤੁਹਾਨੂੰ ਜਦੋਂ ਫਾਈਨਲੀ ਡਿਸਾਈਡ ਹੋ ਗਿਆ ਸਾਰਾ ਕੁਝ, ਉਸ ਵੇਲੇ ਕਲੀਅਰ ਕਰ ਦਾਂਗੇ। ਮਤਲਬ ਤੁਸੀਂ ਪਿੱਛੋਂ ਜਦੋਂ ਕਿਸਾਨ ਬੁਲਾਓਗੇ ਤਾਂ ਮੈਨੂੰ ਲੱਗਦਾ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੋ ਜਾਊਗਾ। ਇਸ ਇਕੱਠ ਨੂੰ ਤੁਸੀਂ ਸਾਂਭੋਗੇ ਕਿੱਦਾਂ? ਕੀ ਤੁਹਾਡੀ ਇਸ ਵੇਲੇ ਇਸ ਵਾਰ ਵਿਉਂਤਬੰਦੀ ਹੋਏਗੀ? ਕਿਸ ਤਰੀਕੇ ਦੀ ਲੀਡਰਸ਼ਿਪ, ਵਲੰਟੀਅਰ ਕਿਸ ਤਰੀਕੇ ਦੇ ਨਾਲ ਮੁਸਤੈਦ ਹੋਣਗੇ? ਇਹ ਸਾਰੀਆਂ ਜਿਹੜਾ ਇਹ ਮੁੱਦੇ ਨੇ, ਸਟ੍ਰੈਟਜੀ ਤੈਅ ਕਰਨ ਵਾਸਤੇ ਨੇੜੇ ਮੀਟਿੰਗਸ SKM ਦੀਆਂ ਹੋ ਰਹੀਆਂ, ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗ ਛੇਤੀ ਹੋ ਰਹੀਆਂ ਨੇ। ਇਹ ਸਾਰਾ ਕੁਝ ਅਸੀਂ ਪਹਿਲਾਂ ਬਿਫੋਰ ਹੈਂਡ ਕੋਈ 15-20 ਦਿਨ ਪਹਿਲਾਂ ਅਸੀਂ ਡਿਕਲੇਅਰ ਕਰ ਦਾਂਗੇ ਵੀ ਇਸ ਢੰਗ ਨਾਲ ਅਸੀਂ ਉੱਤੇ ਜਾਣਾ ਹੈ। ਜੇ ਬੈਰੀਕੇਡ ਲਗਾਉਂਦੀ ਹੈ ਤਾਂ ਪੁਲਿਸ ਤਾਂ ਬੈਰੀਕੇਡ ਹਟਾਓਗੇ ਜੀ? ਚਲੋ, ਐਜੀਟੇਸ਼ਨਾਂ 'ਚ ਤਾਂ ਸਾਰਾ ਕੁਝ ਹੁੰਦਾ ਹੀ ਹੈ। ਉਹ ਸਰਕਾਰ ਆਪਣਾ ਕੰਮ ਕਰਦੀ ਹੈ, ਅਸੀਂ ਆਪਣਾ ਰੋਲ ਅਦਾ ਕਰਨਾ, ਉਹ ਦੇਖਾਂਗੇ ਕੀ ਕਰਦੇ ਨੇ। ਰਾਜਾ ਸਾਹਿਬ, ਤੁਹਾਡੇ ਤੇ ਪਰਚੇ ਵੀ ਨੇ, ਬਹੁਤ ਸਾਰੀ ਲੀਡਰਸ਼ਿਪ ਦੇ ਉੱਤੇ ਪਰਚੇ ਨੇ। ਜੇ ਦਿੱਲੀ ਵੀ ਜਾਓਗੇ ਤਾਂ ਗ੍ਰਿਫਤਾਰ ਵੀ ਹੋ ਸਕਦੇ ਹੋ। ਤਾਂ ਕੀ ਹੈ, ਕੀ ਇੱਥੇ ਕੋਈ ਹਾਰ ਪਾਉਣਾ ਸਰਕਾਰ ਨੇ? ਸਾਡੇ ਉਹਨਾਂ ਪਰਚੇ ਤਾਂ ਸਾਡੇ ਤੇ ਅੱਜ ਦੇ ਥੋੜ੍ਹੇ, ਜਿੱਦਣ ਇੱਥੇ ਆ ਕੇ ਬੈਠੇ ਉਦੋਂ ਦੇ ਆ। ਹਰਿਆਣੇ 'ਚ 307 ਦੇ ਆ, ਇਹਨਾਂ ਨੇ 124 ਦੇਸ਼ ਧਰੋਹੀ ਦੇ ਪਰਚੇ ਦਰਜ ਕੀਤੇ ਨੇ। ਇਹ ਤਾਂ ਚੱਲਦਾ ਹੀ ਰਹਿੰਦਾ, ਪਰਚਿਆਂ ਤੋਂ ਨਹੀਂ ਡਰਦੇ ਅਸੀਂ। ਹਰਿਆਣੇ ਤੋਂ ਗੱਲ ਯਾਦ ਆਈ ਹੈ, ਦੁਸ਼ਯੰਤ ਚਟਾਲਾ ਦਾ ਜਹਾਜ਼ ਉਤਰਨਾ ਸੀ, ਕਿਸਾਨਾਂ ਨੇ ਉਤਰ ਨਹੀਂ ਦਿੱਤਾ, ਫਿਰ ਜਾ ਕੇ ਕਿਸਾਨਾਂ ਨੇ ਰੋਕਤਾ। ਪਹਿਲਾਂ ਵੀ ਬਹੁਤ ਵਾਰੀ ਖੱਟਰ ਸਾਹਿਬ ਦਾ ਵੀ, ਚਟਾਲਾ ਸਾਹਿਬ ਦਾ ਵੀ ਜਿਹੜਾ ਜਹਾਜ਼ ਹੈ ਉਹਨੂੰ ਉਤਰ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਹਰਿਆਣੇ ਦੇ ਵਿੱਚ ਨਹੀਂ ਐਂਟਰ ਕਰਨ ਦਿੱਤਾ ਜਾਂਦਾ। ਇਹਦੇ ਉੱਤੇ ਤੁਸੀਂ ਕੀ ਕਹੋਗੇ? ਦੇਖੋ, ਇਹ ਤਾਂ ਕਿਸਾਨਾਂ 'ਚ ਵਿਰੋਧ ਹੈ। ਚੀਫ ਮਿਨਿਸਟਰ ਦਾ 2 ਵਾਰੀ ਉਤਰ ਨਹੀਂ ਦਿੱਤਾ ਕਰਨਾਲ 'ਚ,
ਤੇ ਇਹਦਾ ਦੁਸ਼ਯੰਤ ਦਾ ਅੱਜ ਇੱਥੇ ਹਿਸਾਰ 'ਚ ਨਹੀਂ ਉਤਰਨ ਦਿੱਤਾ ਤੇ ਲੋਕ ਨਾਰਾਜ਼ ਨੇ, ਭਾਜਪਾ ਨਾਲ ਪੂਰੀ ਤਰ੍ਹਾਂ ਨਾਰਾਜ਼ ਨੇ। ਉਹਨਾਂ ਨੂੰ ਸਮਝਣਾ ਚਾਹੀਦਾ। ਔਰ ਇਹੀ ਇੱਕ ਚਰਚਾ ਚੱਲ ਰਹੀ ਹੈ, ਪਤਾ ਨਹੀਂ ਕੱਲ ਫੈਸਲਾ ਹੋਊਗਾ ਫਿਰ ਦੱਸਾਂਗੇ। ਲੋਕੀ ਇੰਨਾ ਨਾਰਾਜ਼ ਨੇ, ਸਾਨੂੰ ਕਹਿ ਰਹੇ ਨੇ ਵੀ ਬੀਜੇਪੀ ਦੇ ਜਿਹੜੇ ਲੀਡਰਸ ਨੇ, ਜਿਹੜੇ MP ਨੇ, MLA ਨੇ, ਇਹਨਾਂ ਨੂੰ ਕਹੋ ਵੀ ਸਾਡੀਆਂ ਵੋਟਾਂ ਨਾਲ ਤੁਸੀਂ ਚੋਣ ਜਿੱਤ ਕੇ ਗਏ ਹੋ, ਅੱਜ ਕਿਸਾਨੀ ਜਿਹੜੀ ਆ ਉਹ ਸੰਕਟ 'ਚ ਹੈ। ਜਾਂ ਤਾਂ ਸਰਕਾਰ ਨੂੰ ਆਪਣੀ ਨੂੰ ਦਬਾਅ ਪਾਓ ਵੀ ਕਿਸਾਨਾਂ ਦੀ ਮੰਗਾਂ ਮੰਨਣ, ਨਹੀਂ ਫਿਰ ਅਸਤੀਫਾ ਦੇ ਕੇ ਆਓ ਵਾਪਸ। ਬੀਜੇਪੀ ਕਹਿ ਰਹੀ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰਾਂਗੇ, ਅਸੀਂ ਦਿਖਾਵਾਂਗੇ ਕਿ ਸਾਡੇ ਨਾਲ ਕਿੰਨੇ ਲੋਕ ਨੇ। ਦੇਖੋ ਜੀ, ਡੈਮੋਕ੍ਰੇਸੀ ਹੈ, ਜੋ ਕੁਝ ਹੈਗਾ ਉਹ ਲੋਕਾਂ ਦੇ ਸਾਹਮਣੇ ਆ ਜਾਣਾ ਹੈ। ਲੋਕ ਇਹਨਾਂ ਨੂੰ ਖੰਘਣ ਦਾ ਲੋਕ ਦਿੰਦੇ ਨਹੀਂ, ਕੋਈ ਕਿਤੇ ਕੁਝ ਜਾਣ ਨਹੀਂ ਦਿੰਦਾ, ਥਾਂ ਤਾਂ ਲੋਕ ਆਪੇ ਕਰੀ ਜਾਂਦੇ ਨੇ। ਸ਼ਕਤੀ ਪ੍ਰਦਰਸ਼ਨ ਕਰ ਲੈਣ, ਹਾਂ ਇਹ ਠੀਕ ਹੈ। ਲੋਕਾਂ ਨੂੰ ਇੱਕ ਬੇਨਤੀ ਕਰਾਂਗੇ ਵੀ ਪੀਸਫੁਲ ਰੱਖਿਓ, ਇਹ ਮਾਹੌਲ ਖਰਾਬ ਕਰਨਗੇ ਬੀਜੇਪੀ ਵਾਲੇ। ਸਾਹਿਬ 2022 ਦੀਆਂ ਤਿਆਰੀਆਂ ਨੇ ਉਹਨਾਂ ਦੀਆਂ, ਕਹਿ ਰਹੇ ਨੇ ਕਿ 2022 ਦੇ ਵਿੱਚ ਅਸੀਂ ਪੂਰੀ ਤਰ੍ਹਾਂ ਬਹੁਮਤ ਲਵਾਂਗੇ, ਕਿਸਾਨ ਤਾਂ ਸਾਡੇ ਨਾਲ ਨੇ। ਕਹਿੰਦੇ ਥੋੜੇ ਜਿਹੇ ਲੀਡਰ ਨੇ ਜਿਹੜੇ ਖਰਾਬ ਕਰ ਰਹੇ ਨੇ ਸੰਘਰਸ਼ ਨੂੰ, ਸਾਡਾ ਜਦੋਂ ਫੈਸਲਾ ਹੋ ਜਾਊਗਾ, ਲੀਡਰਸ਼ਿਪ ਥੋੜਾ 10 ਮਿੰਟ ਪਾਸੇ ਹੋ ਜਾਏ, ਕਿਸਾਨ ਤਾਂ ਸਾਡੇ ਨਾਲ ਹੀ ਨੇ। ਮੁੰਗੇਰੀ ਲਾਲ ਦੇ ਸੁਪਨੇ ਲੈ ਲੈਣ, ਜੋ ਵਿਚਾਰਿਆਂ ਨੂੰ ਕੀ ਫਰਕ ਪੈਂਦਾ। ਉਹ 4 ਦਿਨ ਇਹ ਕਹਿ ਕੇ ਤਾਂ ਖੁਸ਼ ਹੋ ਲੈਣਗੇ ਨਾ ਵੀ ਅਸੀਂ ਸਰਕਾਰ ਬਣਾਉਣੀ ਹੈ। ਸਰਕਾਰ ਭਾਵੇਂ ਪਤਾ ਨਹੀਂ ਇੱਕ ਵੀ ਸੀਟ ਨਹੀਂ ਮਿਲਣੀ ਉਹਨਾਂ ਨੂੰ, ਤਾਂ ਇਹ ਐਵੇਂ ਹਵਾਈ ਗੱਲਾਂ ਨੇ ਸਾਰੀਆਂ। ਤੁਸੀਂ ਲਗਾਤਾਰ ਇਹ ਅਪੀਲ ਕਰਦੇ ਆਏ ਹੋ ਕਿ ਭਾਜਪਾ ਦਾ ਵਿਰੋਧ ਕਰੋ, ਪਰ ਕਿਸੇ ਨੂੰ ਹਿੰਸਾ ਦੇ ਵਿੱਚ ਜਾਂ ਸਰੀਰਕ ਨੁਕਸਾਨ ਨਾ ਪਹੁੰਚਾਓ। ਤਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਮਲੋਟ ਦੇ ਵਿੱਚ ਘਟਨਾ ਨੂੰ ਦੇਖਿਆ, ਅਰੁਣ ਨਾਰੰਗ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਹਮਲੇ ਕੀਤੇ ਗਏ, ਤਾਂ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਕਾਂਗਰਸ ਵਾਲਿਆਂ ਨੇ ਕਰਾਏ ਨੇ। ਤੇ ਤੁਹਾਨੂੰ ਕੀ ਲੱਗਦਾ ਹੈਗਾ, ਇਸ ਤਰੀਕੇ ਦੇ ਹਿੰਸਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਇਹ ਉਹ ਚੰਗਾ ਨਹੀਂ ਹੋਇਆ, ਮੰਦਭਾਗਾ ਹੈ। ਪਰ ਇੱਕ ਗੱਲ ਬੀਜੇਪੀ ਵਾਲਿਆਂ ਨੂੰ ਵੀ ਸਮਝਣੀ ਚਾਹੀਦੀ ਹੈ, ਲੋਕਾਂ ਨੂੰ ਪ੍ਰਵੋਕ ਨਾ ਕਰਨ। ਦੇਖੋ, ਡੈਮੋਕ੍ਰੇਸੀ ਹੈ, ਉਹਨਾਂ ਨੇ ਆਪਣੀ ਗੱਲ ਕਹਿਣੀ ਹੈ, ਕਹਿਣ ਜੀ ਸਦਕੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਲੋਕਾਂ ਨੂੰ ਉਕਸਾਉਣ ਨਾ, ਜਦੋਂ ਉਕਸਾਉਂਦੇ ਨੇ ਤਾਂ ਫਿਰ ਇਹੋ ਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ। ਇਸ ਕਰਕੇ ਮੈਂ ਸਮਝਦਾ ਅਸੀਂ ਤਾਂ ਪੀਸਫੁਲੀ ਅੰਦੋਲਨ ਲੜਦੇ ਰਹੇ ਹਾਂ, ਪੀਸਫੁਲ ਰਹਾਂਗੇ। ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ, 4 ਮੈਂਬਰ ਸੀ, ਭੁਪਿੰਦਰ ਮਾਨ ਜੀ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਤੇ 3 ਮੈਂਬਰ ਰਹਿ ਗਏ ਸੀ। ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਉਹ ਬੰਦ ਲਿਫਾਫੇ ਦੇ ਵਿੱਚ ਸੁਪਰੀਮ ਕੋਰਟ ਦੇ ਅੱਗੇ ਪੇਸ਼ ਕਰ ਦਿੱਤੀ ਆ। ਹੁਣ ਕੀ ਲੱਗਦਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆਏਗਾ ਕੋਈ ਫੈਸਲਾ ਜਾਂ ਵਿਰੋਧ ਦੇ ਵਿੱਚ ਆਏਗਾ? ਕਿਉਂਕਿ ਬਹੁਤ ਸਾਰੀ ਜਥੇਬੰਦੀਆਂ ਨੇ, ਪੰਜਾਬ ਤੇ ਹਰਿਆਣਾ ਦੀ ਜਥੇਬੰਦੀ ਨੇ ਛੱਡ ਕੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਹੈ, 23 ਵਾਰ ਉਹਨਾਂ ਦੀ ਮੀਟਿੰਗ ਹੋਈ ਹੈ। ਤੁਹਾਨੂੰ ਕੀ ਲੱਗਦਾ ਕੀ ਫੈਸਲਾ ਆਊਗਾ? ਤੁਸੀਂ ਇਹ ਦੇਖੋ, ਉਸ ਕਮੇਟੀ ਦੇ ਜਿਹੜੇ ਮੈਂਬਰ ਨੇ, ਡਾਕਟਰ ਅਸ਼ੋਕ ਗੁਲਾਟੀ ਵਗੈਰਾ, ਉਹਨਾਂ ਨੇ ਨੀਤੀ ਆਯੋਗ 'ਚ ਜਦੋਂ ਸਰਕਾਰ ਦੇ ਮੁਲਾਜ਼ਮ ਸੀ, ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਕਾਨੂੰਨ ਬਣੇ ਨੇ। ਅੱਜ ਤੱਕ ਕੋਈ ਅਖਬਾਰ ਨਹੀਂ ਉਹਨਾਂ ਨੇ ਛੱਡਿਆ ਜਿੱਥੇ ਉਹਨਾਂ ਨੇ ਅੰਗਰੇਜ਼ੀ ਦੀਆਂ ਅਖਬਾਰਾਂ ਵਿੱਚ ਲੇਖ ਲਿਖ ਕੇ ਇਹਨਾਂ ਕਾਨੂੰਨਾਂ ਦੀ ਵਕਾਲਤ ਨਹੀਂ ਕੀਤੀ, ਜਿਹੜੇ ਖੁਦ ਇਹਨਾਂ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਹੈ। ਪਹਿਲੀ ਗੱਲ ਤਾਂ ਸੁਪਰੀਮ ਕੋਰਟ ਨੂੰ ਇਹੋ ਜਿਹੇ ਬੰਦਿਆਂ ਦੀ ਕਮੇਟੀ ਨਹੀਂ ਸੀ ਬਣਾਉਣੀ ਚਾਹੀਦੀ। ਇਹਦਾ ਮਤਲਬ ਉਹ ਜਿਹੜੇ ਬੰਦੇ ਪਹਿਲਾਂ ਹੀ ਸਪਸ਼ਟ ਨੇ, ਇੱਕ ਝੁਕਾਅ ਰੱਖਦੇ ਨੇ ਸਰਕਾਰ ਵਾਲੇ ਪਾਸੇ, ਤੇ ਉਹਨਾਂ ਕੋਲੋਂ ਕਿਸਾਨਾਂ ਨੂੰ ਕੀ ਉਮੀਦ ਹੋ ਸਕਦੀ ਹੈ? ਅਸੀਂ ਇਸੇ ਲਈ ਕਮੇਟੀ ਦੇ ਅਨਾਉਂਸ ਹੋਣ ਤੋਂ 1 ਦਿਨ ਪਹਿਲਾਂ ਹੀ ਅਸੀਂ ਇਹ ਕਮੇਟੀ ਰੱਦ ਕਰਤੀ ਸੀ ਵੀ ਅਸੀਂ ਇਹਦੇ ਪਾਬੰਦੀ ਨਾ, ਅਸੀਂ ਇਹਦੇ ਅੱਗੇ ਪੇਸ਼ ਹੋਵਾਂਗੇ। ਜੇ ਕੋਈ ਕੋਰਟ ਫੈਸਲਾ ਦਿੰਦੀ ਹੈ ਤੇ ਉਸ ਨੂੰ ਮੰਨਣਗੇ ਸੰਯੁਕਤ ਕਿਸਾਨ ਮੋਰਚਾ ਰਾਜੇਵਾਲ ਸਾਹਿਬ ਮੰਨਣਗੇ? ਦੇਖੋ ਜੀ, ਪਤਾ ਨਹੀਂ ਕੋਰਟ ਨੇ ਕੀ ਫੈਸਲਾ ਦੇਣਾ। ਅਸੀਂ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਡਿਸਐਸੋਸੀਏਟ ਕਰ ਲਿਆ ਸੀ ਤੇ ਅਸੀਂ ਇਦਾਂ ਦਾ ਫੈਸਲਾ ਕੋਈ ਨਹੀਂ ਮੰਨਾਂਗੇ ਜਿਹੜਾ ਇਹ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਅਸੀਂ ਨਹੀਂ ਮੰਨਾਂਗੇ। ਸਾਹਿਬ, ਇੱਕ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਗੱਲ ਉੱਠੀ ਸੀਗੀ ਉਦੋਂ ਮਹਾਪੰਚਾਇਤ ਦੇ ਵਿੱਚ ਕਿ 21 ਮੈਂਬਰ ਹਰ ਪਿੰਡ ਦੇ ਵਿੱਚ ਬਣਾਏ ਜਾਣਗੇ, ਜਿਹੜੇ ਸਿਆਸੀ ਜਮਾਤਾਂ ਹੋਣਗੀ, ਸਿਆਸੀ ਪਾਰਟੀਆਂ ਹੋਣਗੀ, ਪੋਲੀਟੀਕਲ ਪਾਰਟੀਆਂ, ਉਹਨਾਂ ਨੂੰ ਸਵਾਲ ਕਰਨਗੇ ਕਿ ਆਖਰ ਉਹਨਾਂ ਨੇ ਕੀਤਾ ਕੀ ਹੈ। ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਇਸ ਪਾਸੇ ਵੀ ਤੁਰਨਗੇ? ਨਹੀਂ, ਹਾਲੇ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ। ਇਹ ਰਾਇਆਂ ਨੇ ਆਪੋ ਆਪਣੀ, ਕੋਈ ਕੁਝ ਕਹਿ ਦਿੰਦਾ, ਕੋਈ ਕੁਝ ਕਹਿ ਦਿੰਦਾ। ਹਾਲੇ ਫਾਈਨਲ ਨਹੀਂ ਕੁਝ ਹੋਇਆ, ਜਦੋਂ ਫਾਈਨਲ ਹੋ ਜਾਏਗਾ ਤੁਹਾਨੂੰ ਦੱਸ ਦਿੰਦੇ। ਪਾਰਟੀਆਂ ਵੀ ਆਉਣ ਵਾਲੀਆਂ ਨੇ ਰਾਜੇਵਾਲ ਸਾਹਿਬ, ਕਿੱਦਾਂ ਦੇਖਦੇ ਹੋ ਹੁਣ? ਕਿਉਂਕਿ ਕਿਸਾਨਾਂ ਦੀ ਗਿਣਤੀ ਸ਼ਾਇਦ ਇੱਥੇ ਵੀ ਬਾਰਡਰਾਂ ਦੇ ਉੱਤੇ ਵੀ ਘਟੇਗੀ, ਕਿਉਂਕਿ ਪਿੱਛੇ ਜਾ ਕੇ ਕਣਕ ਦੀ ਜਿਹੜੀ ਉਹ ਫਸਲ ਉਹ ਵੀ ਸਾਂਭਣੀ ਹੈ। ਫਿਰ ਇਸ ਵਾਰ ਕੀ ਤਿਆਰੀਆਂ ਕਰੋਗੇ ਤੁਸੀਂ ਮੈਨੂੰ ਇੱਕ ਦੱਸੋ, ਅਸੀਂ ਜਿਨ੍ਹਾਂ ਨਾਲ ਲੜਦੇ ਹਾਂ ਉਹੀ ਇੱਥੇ ਨਹੀਂ। ਸਰਕਾਰ ਇਹ ਭੱਜ ਗਈ, ਬੰਗਾਲ 'ਚ ਤੁਰੀ ਫਿਰਦੀ ਆ, ਆਸਾਮ 'ਚ ਤੁਰੀ ਫਿਰਦੀ ਆ, ਦਿੱਲੀ 'ਚ ਸਰਕਾਰ ਇਹ ਹੈ ਨਹੀਂ। ਤਾਂ ਇਸ ਕਰਕੇ ਅਸੀਂ ਵੀ ਸਟ੍ਰੈਟਜੀ ਦੇ ਤੌਰ ਤੇ ਕਹਿਤਾ ਕਿਸਾਨਾਂ ਨੂੰ ਵੀ ਆਪਣੀ ਫਸਲ ਸੰਭਾਲ ਲਓ, 6 ਮਹੀਨੇ ਦੀ ਹੈ। ਇਕੱਠ ਦਾ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਜਿੱਦਣ ਕਾਲ ਦਿੰਦੇ ਉਦੋਂ ਲੋਕ ਆ ਜਾਂਦੇ ਨੇ। ਅਪੀਲ ਕੀ ਕਰਨਾ ਚਾਹੋਗੇ ਲਾਸਟ ਦੇ ਵਿੱਚ? ਅਪੀਲ ਸਿਰਫ ਇਹੋ ਕਰਨਾ ਚਾਹਾਂਗੇ ਵੀ ਅੰਦੋਲਨ ਤੁਹਾਡਾ ਪੀਕ ਤੇ ਗਿਆ, ਸਰਕਾਰ ਕੋਲ ਕੋਈ ਜਵਾਬ ਨਹੀਂ। ਅਸੀਂ ਆਪਣਾ ਕੇਸ ਠੀਕ ਸਿੱਧ ਕਰ ਚੁੱਕੇ ਹਾਂ। ਅਸੀਂ ਇਹ ਸਾਬਤ ਕਰ ਚੁੱਕੇ ਹਾਂ ਵੀ ਕਾਨੂੰਨ ਨਾ ਦੇਸ਼ ਦੇ, ਨਾ ਕਿਸਾਨਾਂ ਦੇ, ਨਾ ਆਮ ਲੋਕਾਂ ਦੇ ਹਿੱਤ 'ਚ ਨਹੀਂ। ਔਰ ਇਹ ਕਾਨੂੰਨ ਜਿਹੜੇ ਨੇ ਇਹ ਸੰਵਿਧਾਨ ਦੇ ਵੀ ਉਲਟ ਨੇ, ਇਹ ਅਸੀਂ ਸਿੱਧ ਕਰ ਚੁੱਕੇ ਹਾਂ। ਹੁਣ ਯਕੀਨਨ
ਜਿੱਤ ਸਾਡੀ ਹੋਏਗੀ, ਜਿੱਤ ਕਿਸਾਨਾਂ ਦੀ ਹੋਏਗੀ। ਇਹ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪੈਣਗੇ। ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰਾਂਗਾ ਵੀ ਇੱਕ ਖਿਆਲ ਰੱਖਿਓ, ਸਰਕਾਰਾਂ ਬੜਾ ਕੁਝ ਕਰਦੀਆਂ ਨੇ, ਇੱਕ ਤਾਂ ਪੀਸਫੁਲ ਰਹਿਣਾ ਹੈ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਕਹਿਣਾ, ਜੇ ਸ਼ਾਂਤਮਈ ਰਹੋਗੇ ਅੰਦੋਲਨ ਜਿੱਤੋਗੇ, ਜੇ ਹਿੰਸਕ ਹੋਏ ਤਾਂ ਮੋਦੀ ਜਿੱਤੇਗਾ। ਅਸੀਂ ਮੋਦੀ ਨੂੰ ਨਹੀਂ ਜਿੱਤਣ ਦੇਣਾ। ਇਹ ਅੰਦੋਲਨ ਦੁਨੀਆ ਭਰ ਦਾ ਅੰਦੋਲਨ ਹੋ ਗਿਆ। ਉਹ ਆਪਣੀ ਜ਼ਿੰਮੇਵਾਰੀ ਦਾ ਇਹ ਵੀ ਅਹਿਸਾਸ ਕਰਨ, ਤੁਸੀਂ ਏਡੀ ਵੱਡੀ ਕੁਰਬਾਨੀ ਕੀਤੀ ਹੈ। ਇੰਨਾ ਲੰਬਾ ਅੰਦੋਲਨ ਦੁਨੀਆ 'ਚ ਕਦੀ ਨਹੀਂ ਚੱਲਿਆ, ਇੰਨਾ ਪੀਸਫੁਲ ਕਦੇ ਨਹੀਂ ਚੱਲਿਆ, ਇੰਨੀ ਵੱਡੀ ਪਾਰਟਿਸਿਪੇਸ਼ਨ ਕਦੇ ਨਹੀਂ ਹੋਈ। ਇਹ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ। ਸਾਰੀ ਦੁਨੀਆ ਇਸ ਅੰਦੋਲਨ ਵੱਲ ਦੇਖਦੀ ਹੈ ਔਰ ਦੁਨੀਆ ਦੇ ਜਿਹੜੇ ਲੀਡਰਸ ਨੇ ਉਹ 3 ਬੰਦਿਆਂ ਨੂੰ, ਜਿਹਦੇ ਵਿੱਚ ਇੱਕ ਮੋਦੀ ਹੈ, ਉਹਨਾਂ ਨੂੰ ਡਿਕਟੇਟਰ ਕਹਿਣ ਲੱਗ ਪਏ। ਉਹ ਕਹਿੰਦੇ ਇਹ ਨਵਾਂ ਹਿਟਲਰ ਜੰਮ ਪਿਆ। ਤੋ ਇਹ ਤੋਂ ਖਤਰਾ ਹੈ ਡੈਮੋਕ੍ਰੇਸੀ ਨੂੰ। ਇਹ ਸਾਰੀਆਂ ਗੱਲਾਂ ਤੁਹਾਡੇ ਅੰਦੋਲਨ ਦੀ ਵਜ੍ਹਾ ਕਰਕੇ ਸਾਰੀ ਦੁਨੀਆ 'ਚ ਹੋਣ ਲੱਗੀਆਂ। ਇਸ ਕਰਕੇ ਪੀਸਫੁਲ ਰਹਿ ਕੇ ਅੰਦੋਲਨ ਨੂੰ ਚਲਾਉਣਾ ਔਰ ਹਰ ਵੇਲੇ ਅੱਖ ਰੱਖਣਾ ਆਪਣੇ ਅੰਦੋਲਨ ਤੇ ਕੀ ਲੋੜ ਹੈ। ਜਿੱਦਣ ਇਸੇ ਸੱਦਾਂਗੇ ਉਦਣ ਜ਼ਿੰਮੇਵਾਰੀ ਨਾਲ ਇੱਥੇ ਆਉਣਾ ਔਰ ਉਹਦੇ ਵਿੱਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਉਣਾ। ਇਹ ਉਹਨਾਂ ਨੂੰ ਮੇਰੀ ਅਪੀਲ ਹੈ ਵੀ ਇਹ ਧਿਆਨ ਰੱਖਣ। ਧੰਨਵਾਦ ਰਾਜੇਵਾਲ ਸਾਹਿਬ, ਸਾਨੂੰ ਸਮਾਂ ਦੇਣ ਲਈ। ਥੈਂਕ ਯੂ। ਸੋ ਬਿਲਕੁਲ ਇਹ ਸਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਾਂਤਮਈ ਹੁਣ ਤੱਕ ਕਿਸਾਨਾਂ ਨੇ ਸੰਘਰਸ਼ ਲੜਿਆ ਤੇ ਸ਼ਾਂਤਮਈ ਹੀ ਅੱਗੇ ਜਿਹੜੇ ਪ੍ਰੋਗਰਾਮ ਦਿੱਤੇ ਨੇ ਉਹਨਾਂ ਨੂੰ ਵੀ ਸ਼ਾਂਤਮਈ ਨੇਪਰੇ ਚੜਾਵਾਂਗੇ। ਤੋ ਸੰਘਰਸ਼ ਬਾਰੇ ਗੱਲਾਂ ਬਾਤਾਂ ਕੀਤੀਆਂ। ਗੱਲਾਂ ਬਾਤਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਲੱਗੀਆਂ, ਆਪਣੇ ਪ੍ਰਤੀਕਿਰਿਆ ਕਮੈਂਟ ਦੇ ਰੂਪ ਦੇ ਵਿੱਚ ਸਾਨੂੰ ਜ਼ਰੂਰ ਦਿਓ। ਕੈਮਰਾਮੈਨ ਦੀਪਕ ਦੇ ਨਾਲ ਮੈਨੂੰ ਆਨੰਦਪ੍ਰੀਤ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।